ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਖਾਸ ਗੱਲਬਾਤ ਲੈ ਕੇ ਮੈਂ ਹਾਜ਼ਰ ਹਾਂ। ਇਸ ਦੇ ਵਿੱਚ ਅਸੀਂ ਗੱਲ ਕਰਾਂਗੇ ਭਾਰਤ ਪਾਕਿਸਤਾਨ ਦੇ ਜਿਹੜੇ ਇਨੀ ਦਿਨੀ ਤਣਾਅਪੂਰਨ ਸਬੰਧ ਬਣੇ ਹੋਏ ਨੇ ਉਹਨਾਂ ਦੇ ਉੱਤੇ, ਤੇ ਨਾਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਜਿਹੜੇ ਬਾਰਡਰ ਏਰੀਏ ਦੇ ਪਿੰਡ ਆ, ਜਿਹੜੇ ਉੱਥੇ ਕਿਸਾਨ ਆ, ਉਹਨਾਂ ਦੀ ਕੀ ਹਾਲਤ ਆ। ਸੋ ਆਓ ਅਸੀਂ ਜਾਣਦੇ ਹਾਂ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਪੱਟੀ ਤੇ ਦਲ ਖਾਲਸਾ ਦੇ ਨੁਮਾਇੰਦੇ ਅਤੇ ਕਿਸਾਨ ਲੀਡਰ ਸਰਦਾਰ ਬਲਦੇਵ ਸਿੰਘ ਜੀ ਸਿਰਸਾ। ਸੋ ਆਓ ਦੋਵਾਂ ਮਹਿਮਾਨਾਂ ਨਾਲ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ, ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਣਨਾ ਚਾਹੂੰਗਾ ਕਿ ਜਿਹੜੀ ਜੰਗ ਦਾ ਮਾਹੌਲ ਬਣਿਆ, ਕੱਲ੍ਹ ਏਅਰਪੋਰਟ ਜਿਹੜੇ ਆ ਉਹਨਾਂ ਨੂੰ ਵੀ ਸੀਲ ਕਰ ਦਿੱਤਾ ਸੀਗਾ, ਫਲਾਈਟਾਂ ਰੋਕ ਦਿੱਤੀਆਂ ਸੀਗੀਆਂ, 9 ਏਅਰਪੋਰਟ ਜਿਹੜੇ ਆ ਉਹ ਬੰਦ ਕੀਤੇ ਸੀਗੇ। ਤੁਸੀਂ ਕਿਵੇਂ ਇਸ ਚੀਜ਼ ਨੂੰ ਦੇਖਦੇ ਹੋ? ਹੁਣ ਕੀ ਦੇਖਦੇ ਹੋ, ਮੋੜਾ ਜਿਹੜਾ ਪੈ ਗਿਆ? ਬਿਲਕੁਲ ਜੀ, ਪਹਿਲਾਂ ਏਅਰਪੋਰਟ ਸਾਰੇ ਬੰਦ ਕੀਤੇ ਸੀ, ਲੇਕਿਨ ਜਦੋਂ ਸ਼ਾਮ ਤੱਕ ਸਟੇਟਮੈਂਟ ਜਿਹੜੀ ਸੀ ਇਮਰਾਨ ਖਾਨ ਦੀ ਆ ਗਈ ਸੀ ਵੀ ਅਸੀਂ ਸ਼ਾਂਤੀ ਚਾਹੁੰਦੇ ਅਤੇ ਸ਼ਾਂਤੀ ਲਈ ਅਸੀਂ ਵਾਰਤਾਲਾਪ ਲਈ ਤਿਆਰ ਹਾਂ। ਔਰ ਉਹਨਾਂ ਦੇ ਵਿਦੇਸ਼ ਮੰਤਰੀ ਜਿਹੜੇ ਮਹਿਬੂਬ ਕੁਰੈਸ਼ੀ ਨੇ, ਉਹਨਾਂ ਦੀ ਵੀ ਸਟੇਟਮੈਂਟ ਇੱਥੇ ਆ ਗਈ ਸੀ, ਗਫੂਰ ਦੀ ਵੀ ਸਟੇਟਮੈਂਟ ਆ ਗਈ ਸੀ ਸ਼ਾਂਤੀ ਬਣਾਈ ਰੱਖਣ ਦੀ। ਅਤੇ ਉਸ ਤੋਂ ਬਾਅਦ ਫਿਰ ਸਾਰੇ ਏਅਰਪੋਰਟ ਚਾਲੂ ਕਰ ਦਿੱਤੇ ਗਏ ਸੀਗੇ। ਇਹਤਿਆਤ ਵਜੋਂ ਕੀਤਾ ਸੀ, ਚੰਗੀ ਗੱਲ ਸੀ। ਇਕੱਲੇ ਇਹਨਾਂ ਨਹੀਂ ਕੀਤੇ, ਪਾਕਿਸਤਾਨ ਵਾਲੇ ਆਪਣੇ ਸਾਰੇ ਏਅਰਪੋਰਟ ਬੰਦ ਕਰ ਦਿੱਤੇ ਸੀਗੇ ਤਾਂ ਕਿ ਕੋਈ ਇਹੋ ਜਿਹੀ ਘਟਨਾ ਨਾ ਵਾਪਰ ਸਕੇ ਜਿਸ ਨਾਲ ਬਹੁਤ ਵੱਡਾ ਕੋਈ ਨੁਕਸਾਨ ਹੋ ਸਕੇ। ਇਸ ਕਰਕੇ ਲੱਗਦਾ ਵੀ ਹੁਣ ਜਿਹੜੀ ਆ ਸ਼ਾਂਤੀ ਦੀ ਗੱਡੀ ਲਈ ਤੇ ਆਉਣ ਵਾਸਤੇ ਤੁਰ ਪਈ ਹੈ ਜੀ। ਸਿਰਸਾ ਸਾਹਿਬ, ਤੁਹਾਡੇ ਤੋਂ ਜਾਣਨਾ ਚਾਹੂੰਗਾ, ਤੁਸੀਂ ਬਾਰਡਰ ਏਰੀਏ ਦੇ ਉੱਤੇ ਰਹਿੰਦੇ ਹੋ, ਤੁਹਾਡਾ ਪਿੰਡ ਵੀ ਬਿਲਕੁਲ ਬਾਰਡਰ ਦੇ ਉੱਤੇ ਆ। ਕਿੰਨੀ ਕੁ ਦੂਰੀ 'ਤੇ ਤੁਹਾਡਾ ਪਿੰਡ ਹੈ ਅਤੇ ਕੀ ਹਾਲਾਤ ਹੈ ਉੱਧਰ ਲੋਕਾਂ ਦੇ? ਕਿਸ ਤਰ੍ਹਾਂ ਦਾ ਸਹਿਮ ਹੈ ਲੋਕਾਂ 'ਚ? ਗਿਲ ਸਾਹਿਬ, ਮੈਂ ਦੱਸਣਾ ਚਾਹੁੰਦਾ ਤੁਹਾਨੂੰ ਕਿ ਜਿਹੜਾ ਮੇਰਾ ਪਿੰਡ ਖਾਨਵਾਲ, ਤਹਿਸੀਲ ਅਜਨਾਲਾ, ਜੋ ਕਿ ਬਿਲਕੁਲ ਪਿੰਡ ਬਾਰਡਰ ਦੇ ਉੱਤੇ ਲਾਸਟ ਪਿੰਡ ਹੈ। ਅਗਲੇ ਪਾਸੇ ਜਿਹੜਾ ਸਾਡੇ ਬਾਰਡਰ ਹੈ, ਜਿਸ ਤਰ੍ਹਾਂ ਕਿ ਨਿਊ ਸੁੰਦਰਗੜ੍ਹ ਚੌਂਕੀ ਹੈ, ਗੁੱਲਗੜ੍ਹ, ਭੈਣੀਆਂ, ਇਹ ਚੌਂਕੀਆਂ ਨੇ ਸਾਡੇ ਨਾਲ ਜਿਹੜੀਆਂ ਚੌਂਕੀਆਂ ਨੇ ਸਾਡੇ ਉੱਥੇ ਬਿਲਕੁਲ ਬਾਰਡਰ ਦੇ ਉੱਤੇ ਸਾਡੀ ਜ਼ਮੀਨ ਦੇ ਨਾਲ ਲੱਗਦੀਆਂ। ਅਤੇ ਇਹ ਜਿਹੜਾ ਇਸ ਟਾਈਮ ਦੇ ਉੱਤੇ ਜਿਹੜੇ ਹਾਲਾਤ ਬਣੇ ਨੇ, ਇਹ ਜਿਹੜੇ ਸਾਡੇ ਬਾਰਡਰ ਦੇ ਲੋਕ ਨੇ ਉਹ ਬਹੁਤ ਇਸ ਗੱਲ ਤੋਂ ਚਿੰਤਤ ਨੇ, ਕਿਉਂਕਿ ਉਹਨਾਂ ਨੇ ਬਹੁਤ ਸੰਤਾਪ ਜਿਹੜੇ ਨੇ ਆਪਣੇ ਪਿੰਡੇ 'ਤੇ ਹੰਢਾਏ ਨੇ। ਕੁਛ ਲੋਕ ਉਹ ਨੇ ਜਿਹੜੇ ਬਾਰਡਰ ਤੋਂ ਪਿੱਛੇ ਬੈਠੇ ਨੇ, ਜਿਸ ਤਰ੍ਹਾਂ ਕਿ ਅੱਜ TV ਚੈਨਲਾਂ 'ਤੇ ਬਹੁਤ ਜਿਹੜਾ ਉਹ ਰੌਲਾ ਪਾ ਰਹੇ ਨੇ, ਪਾਕਿਸਤਾਨ ਨੂੰ ਇੰਝ ਕਰ ਦਿਓ, ਇਹ ਕਰ ਦਿਓ, ਉਹ ਕਰ ਦਿਓ। ਉਹ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ, ਉਹਨਾਂ ਨੇ ਨਾ ਤਾਂ ਆਪਣੇ ਪਿੰਡੇ 'ਤੇ ਕੋਈ ਸੰਤਾਪ ਹੰਢਾਇਆ, ਨਾ ਉਹਨਾਂ ਨੇ ਕੋਈ ਵੇਖਿਆ। ਅਸੀਂ ਉਹ ਲੋਕ ਹਾਂ ਜਿਹੜੇ ਇਸ ਬਾਰਡਰ 'ਤੇ ਰਹਿੰਦੇ ਹਾਂ। ਸਭ ਤੋਂ ਪਹਿਲਾਂ ਮੈਂ ਜੇ ਤੁਹਾਨੂੰ ਗੱਲ ਕਰਾਂ ਕਿ 1947 ਦੇ ਵਿੱਚ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੋਈ ਸੀ, ਉਸ ਟਾਈਮ 'ਤੇ ਭਾਰਤ ਅਤੇ ਪਾਕਿਸਤਾਨ ਦੀ ਵੰਡ ਨਹੀਂ ਸੀ ਹੋਈ। ਉਹ ਕੇਵਲ ਜਿਹੜਾ ਪੰਜਾਬ ਹੈ ਉਹਦੀ ਵੰਡ, ਪੰਜਾਬ ਦੀ ਵੰਡ ਹੋਈ ਸੀ, ਜਿਸ ਤਰ੍ਹਾਂ ਕਿ ਚੜ੍ਹਦਾ ਪੰਜਾਬ ਅਤੇ ਲਹਿੰਦਾ ਪੰਜਾਬ। ਇੱਧਰੋਂ ਜਿਹੜੇ ਸੀ ਉਸ ਟਾਈਮ 'ਤੇ ਵੀ ਜਿਹੜਾ ਨੁਕਸਾਨ ਸੀ ਉਹ ਸਾਡਾ ਸਭ ਤੋਂ ਵੱਧ ਜਿਹੜਾ ਹੈ ਉਹ ਸਿੱਖ ਕੌਮ ਦਾ ਅਤੇ ਪੰਜਾਬੀਆਂ ਦਾ, ਉੱਧਰ ਮੁਸਲਮਾਨਾਂ ਦਾ ਅਤੇ ਇੱਧਰ ਸਾਡੇ ਸਿੱਖਾਂ ਦਾ ਹੋਇਆ ਸੀ। ਉਹਦੇ ਵਿੱਚ ਸਾਡਾ ਜਿਹੜਾ ਸੀ ਆਰਥਿਕ ਨੁਕਸਾਨ ਵੀ ਬਹੁਤ ਹੋਇਆ, ਜਾਨੀ ਨੁਕਸਾਨ ਵੀ ਬਹੁਤ ਹੋਇਆ, ਇੱਜ਼ਤਾਂ ਵੀ ਬਰਬਾਦ ਹੋਈਆਂ। ਫਿਰ ਜੇ ਉਸ ਤੋਂ ਬਾਅਦ ਤੁਸੀਂ ਲਓ 47 ਤੋਂ ਬਾਅਦ 1962 ਦੇ ਵਿੱਚ ਜਦੋਂ ਚੀਨ ਦੇ ਨਾਲ ਜੰਗ ਹੋਈ ਸੀ, ਉਸ ਟਾਈਮ ਦੇ ਉੱਤੇ ਵੀ ਜਿਹੜਾ ਸੀ ਉਹ ਸਾਡਾ ਨੁਕਸਾਨ ਜਿਹੜਾ ਸੀ ਸਾਡੇ ਲੋਕਾਂ ਦਾ ਵੱਧ ਹੋਇਆ ਸੀ, ਕਿਉਂਕਿ ਸਾਡੇ ਬਾਰਡਰ ਦੇ ਲੋਕ ਜਿਹੜੇ ਸੀ ਉਹ ਪਿੰਡਾਂ ਨੂੰ ਸਾਨੂੰ ਉਠਾਇਆ ਗਿਆ ਸੀ। ਉਸ ਤੋਂ ਬਾਅਦ 1971 ਦੀ ਜੰਗ ਹੈ, ਫਿਰ 1900 ਆਪਣਾ ਜਿਹੜਾ ਕਾਰਗਿਲ ਦੀ ਜੰਗ ਹੋਈ। ਇਸ ਤਰ੍ਹਾਂ ਜਿਹੜੀਆਂ ਸਮੇਂ ਜੰਗਾਂ ਲੱਗੀਆਂ ਉਹ, ਅਤੇ ਇਹਨਾਂ ਜੰਗਾਂ ਤੋਂ ਬਗੈਰ ਜਿਹੜਾ ਪਿਛਲੇ ਲੰਬਾ ਸਮਾਂ, ਜਦੋਂ ਕਿ ਅਸੀਂ ਤੁਹਾਨੂੰ ਸਰਕਾਰੀ ਅੱਤਵਾਦੀ ਕਹਾਂਗੇ, ਜਦੋਂ ਕਿ ਭਾਰਤ ਦੇ ਹੁਕਮਰਾਨਾਂ ਨੇ ਪੰਜਾਬ ਨੂੰ ਇੱਕ ਜਿਹੜਾ ਸੀ ਇਹਦੀ ਨਸਲਕੁਸ਼ੀ ਕਰਨ ਵਾਸਤੇ ਜਿਹੜਾ ਸੀ 1984 ਦੇ ਵਿੱਚ ਜਿਹੜਾ ਅਟੈਕ ਕੀਤਾ ਸੀ, ਉਹਦੇ ਵਿੱਚ ਵੀ ਜਿਹੜਾ ਸੀ ਉਹ ਸਭ ਤੋਂ ਵੱਧ ਜਿਹੜਾ ਨੁਕਸਾਨ ਹੈ ਉਹ ਸਾਡਾ ਪੰਜਾਬ ਦਾ ਅਤੇ ਖਾਸ ਕਰਕੇ ਬਾਰਡਰ ਦੇ ਪਿੰਡਾਂ ਦਾ ਇਹ ਹੋਇਆ ਸੀ। ਅਤੇ ਉਸ ਟਾਈਮ 'ਤੇ ਫਿਰ ਇਹਦੇ ਨਾਲ ਜਿਸ ਤਰ੍ਹਾਂ ਕਿ ਕੁਦਰਤੀ ਆਫਤਾਂ ਜਿਹੜੀਆਂ ਨੇ, ਜਿਹੜਾ ਪਾਣੀ ਦਾ ਫਲੱਡ ਜਿਹੜਾ ਕਿ 1955 ਦੇ ਵਿੱਚ ਫਲੱਡ ਆਇਆ ਸੀ, ਉਦੋਂ ਵੀ ਬੜਾ ਜ਼ਬਰਦਸਤ ਜਿਹੜਾ ਫਲੱਡ ਆਇਆ ਸੀ। ਉਸ ਟਾਈਮ 'ਤੇ ਵੀ ਸਾਡਾ ਇਹ ਬਾਰਡਰ ਦੇ ਲੋਕਾਂ ਦਾ ਜਿਹੜਾ ਰਾਵੀ ਦਰਿਆ ਦੇ ਕਾਰਨ ਜਿਹੜਾ ਸੀ ਉਹ ਨੁਕਸਾਨ ਹੋਇਆ। ਔਰ ਉਸ ਤੋਂ ਬਾਅਦ ਫਿਰ ਜਿਹੜਾ 1988 ਦੇ ਵਿੱਚ ਜਦੋਂ ਕਿ ਭਾਰਤ ਦੇ ਹੁਕਮਰਾਨਾਂ ਨੇ ਜਿਹੜੇ ਪਿਛਲੇ ਜਾਣ ਬੁੱਝ ਕੇ ਜਿਹੜੇ ਸੀ ਭਾਖੜਾ ਡੈਮ ਜਿਹੜੇ ਸੀ ਉਹਦੇ ਦਰਵਾਜ਼ੇ ਖੋਲ੍ਹੇ ਗਏ, ਅਤੇ ਉਹ ਪਾਣੀ ਦੇ ਨਾਲ 1988 ਵੀ ਸਾਡਾ ਨੁਕਸਾਨ ਹੋਇਆ, 1993 'ਚ ਵੀ ਹੋਇਆ, ਕਾਰਗਿਲ ਦੀ ਲੜਾਈ 'ਚ ਵੀ ਹੋਇਆ। ਸੋ ਇਸ ਤਰ੍ਹਾਂ ਅਸੀਂ ਸਮੇਂ ਜਿਹੜਾ ਕਿ ਇਹ ਸਾਡਾ ਪੰਜਾਬ ਦਾ ਜਿਹੜਾ ਬਾਰਡਰ ਹੈ, ਤੁਸੀਂ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ, ਇਹ ਸਾਰਾ ਫਾਜ਼ਿਲਕੇ ਤੱਕ ਜਿਹੜਾ ਇਹ ਬਾਰਡਰ ਹੈ, ਅਸੀਂ ਲੋਕਾਂ ਨੇ ਸੰਤਾਪ ਆਪਣੇ ਪਿੰਡੇ 'ਤੇ ਹੰਢਾਇਆ। ਅਸੀਂ ਜੰਗ ਨਹੀਂ ਚਾਹੁੰਦੇ, ਅਸੀਂ ਜਿਹੜਾ ਹੈ ਉਹ ਸ਼ਾਂਤੀ ਚਾਹੁੰਦੇ ਹਾਂ। ਜੰਗ ਕਿਸੇ ਵੀ ਮਸਲੇ ਦਾ ਕੋਈ ਜਿਹੜਾ ਉਹ ਗਿਲ ਸਭ ਹੱਲ ਨਹੀਂ ਹੁੰਦਾ, ਇਸ ਕਰਕੇ ਅਸੀਂ ਬਹੁਤ ਚਿੰਤਾ ਵਿੱਚ ਹਾਂ। ਸੋ ਬਿਲਕੁਲ ਜਿਹੜਾ ਬਾਰਡਰ ਏਰੀਆ ਹੈ ਉਹ ਹਮੇਸ਼ਾ ਹੀ ਚਿੰਤਾ 'ਚ ਰਹਿੰਦਾ ਜਦੋਂ ਕੋਈ ਵੀ ਦੋਵਾਂ ਦੇਸ਼ਾਂ ਦੇ ਵਿੱਚ ਤਣਾਅਪੂਰਨ ਹਾਲਾਤ ਜਿਹੜੇ ਆ ਉਹ ਬਣਦੇ ਆ। ਪੱਟੀ ਸਾਹਿਬ, ਤੁਹਾਡੇ ਵੱਲ ਆਊਂਗਾ ਦੁਬਾਰਾ ਮੈਂ।
ਬਾਰਡਰ ਦੇ ਪਿੰਡਾਂ ਦੇ ਲੋਕ ਜਿਹੜੇ ਆ ਉਹ ਬੜੇ ਸਹਿਮ ਦੇ ਵਿੱਚ ਆ ਕਿ ਜੰਗ ਜਿਹੜੀ ਆ ਉਹ ਜਦੋਂ ਵੀ ਹੁੰਦਾ ਕੋਈ ਗੱਲਬਾਤ ਹੁੰਦੀ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਉੱਠ ਜਾਓ, ਤੁਸੀਂ ਇੱਥੋਂ ਪਿੱਛੇ ਆ ਜਾਓ, ਦੁਬਾਰਾ ਫਿਰ ਉੱਥੇ ਆਉਣਾ, ਉੱਥੇ ਆਪਣਾ ਸਾਰਾ ਸਮਾਨ ਛੱਡ ਕੇ ਜਾਣਾ ਜਾਂ ਇੱਕ ਅੱਧੇ ਜਾਣੇ ਨੇ ਉੱਥੇ ਰਹਿਣਾ, ਕਿੰਨੀ ਕੁ ਪਰੇਸ਼ਾਨੀ ਤੁਸੀਂ ਸਮਝਦੇ ਹੁੰਦੀ ਹੈ? ਪਰੇਸ਼ਾਨੀ ਤੇ ਵੇਖੋ ਜੀ, ਇੱਕ ਜਿਹੜਾ ਪਸ਼ੂ ਆਪਾਂ ਖਰੀਦਦੇ ਆਪਣੇ ਘਰ ਹੁੰਦਾ ਤੇ ਦੂਜੀ ਜਗ੍ਹਾ ਲੈ ਕੇ ਜਾਂਦੇ ਤੇ ਜੀ ਨਹੀਂ ਲੱਗਦਾ ਉਹਦਾ। ਬਿਲਕੁਲ। ਔਰ ਆਪਣਾ ਘਰ ਘਰ ਛੱਡ ਕੇ ਜਾਣਾ ਬੜਾ ਔਖਾ ਹੁੰਦਾ, ਬੜਾ ਮੁਸ਼ਕਲ ਹੁੰਦਾ। ਤੇ ਜਦੋਂ ਵੀ ਜੰਗ ਲੱਗਦੀ ਹੈ ਸਭ ਤੋਂ ਵੱਧ ਇਹ ਜਿਹੜਾ ਨੁਕਸਾਨ ਉਹ ਪੰਜਾਬ ਦਾ ਤੇ ਵਿਸ਼ੇਸ਼ ਕਰਕੇ ਸਰਹੱਦੀ ਏਰੀਆ ਦਾ ਹੋਇਆ। ਮੈਂ ਤੁਹਾਨੂੰ ਇੱਕ ਘਟਨਾ 1965 ਦੀ ਜੰਗ ਦੀ ਕਰਨ ਲੱਗਾ ਸਾਂਝੀ। 1965 ਦੀ ਜੰਗ ਦੇ ਵਿੱਚ ਖੇਮਕਰਨ ਵਾਲੇ ਸੈਕਟਰ ਤੋਂ ਜਿਹੜੀ ਪਾਕਿਸਤਾਨ ਫੌਜ ਐਂਟਰ ਕਰ ਗਈ ਸੀ 3-4 ਕਿਲੋਮੀਟਰ ਉਹਲੇ ਪਾਸੇ। ਉਸ ਤੋਂ ਬਾਅਦ ਉਹ ਜਿੰਨਾ ਚਿਰ ਫੈਸਲਾ ਹੋ ਨਹੀਂ ਗਿਆ ਤਾਸ਼ਕੰਦ ਦਾ, ਉਹਨਾਂ ਚਿਰ ਤੱਕ ਫੌਜ ਬੈਠੀ ਰਹੀ। ਤੇ ਪਾਕਿਸਤਾਨ ਦੇ ਲੋਕਾਂ ਨੇ ਇੱਥੋਂ ਤੱਕ ਕੀ ਕੀਤਾ ਵੀ ਤੁਹਾਡੀਆਂ ਫਸਲਾਂ ਤੇ ਖਾਣੀਆਂ ਸੀ, ਇੰਜਨ ਹੁੰਦੇ ਸੀ ਲੱਗੇ ਟਿਊਬਵੈੱਲ ਤੇ ਉਹ ਲੈ ਕੇ ਚੁੱਕੇ। ਈਵਨ ਇੱਥੋਂ ਤੱਕ ਜਿਹੜੇ ਕੋਠੇ ਸੀ ਬਣੇ ਲੋਕਾਂ ਦੇ ਕੱਚੇ ਪੱਕੇ, ਉੱਥੋਂ ਦੀ ਛੱਤਾਂ ਦੇੜ ਕੇ ਲੈ ਗਏ, ਬਾਲੇ ਲੈ ਗਏ, ਛਤਰੀਆਂ ਲੈ ਗਏ, ਪੱਕੀਆਂ ਇੱਟਾਂ ਲੈ ਗਏ, ਇੱਥੋਂ ਤੱਕ ਇਹ ਰੂੜੀਆਂ ਚੁੱਕ ਕੇ ਲੈ ਗਏ ਸੀ। ਇਸ ਕਰਕੇ ਜਦੋਂ ਇਹ ਨੁਕਸਾਨ ਹੁੰਦਾ ਨਾ, ਇਹ ਮੁੜ ਕੇ ਬਰਦਾਸ਼ਤ ਕਰਨਾ ਬੜਾ ਔਖਾ ਹੁੰਦਾ ਵਾ। ਸਰਹੱਦੀ ਲੋਕਾਂ ਲਈ ਬਹੁਤ ਔਖਾ ਵਾ। ਦਿੱਲੀ ਬਹਿ ਕੇ ਜਾਂ ਆਪਾਂ ਹੱਥ ਵਿੱਚ ਤਰਸ਼ੂਲ ਫੜ ਕੇ ਕਹਿ ਸਕਦੇ ਹਾਂ ਵੀ ਹਮ ਜੰਗ ਚਾਹਤੇ ਪਾਕਿਸਤਾਨ ਕੋ ਖਤਮ ਕਰ ਦੋ, ਲੇਕਿਨ ਲੜਾਈ ਦਾ ਜਿਹੜਾ ਅਸਰ ਨਾ ਉਹ ਬਰਾਬਰ ਦਾ ਪੈਂਦਾ ਦੋਵਾਂ ਦੇਸ਼ਾਂ ਦੇ ਉੱਤੇ। ਪਰ ਜੋ ਖੁਸ਼ੀ ਹੋਈ ਹੁਣ ਜਦੋਂ ਅਸੀਂ ਗੱਲ ਕਰ ਰਹੇ ਹਾਂ, ਸਾਡੇ ਪਿਛਲੇ ਪਾਸੇ ਦੀ ਜਿਹੜੀ ਦਿੱਲੀ ਲਾਹੌਰ ਇੱਕ ਸਮਝੌਤਾ ਸਾਡੀ ਬੱਸ ਚੱਲਦੀ ਆ, ਉਹ ਹੁਣੇ ਲੰਘ ਕੇ ਗਈ ਆ। ਇਹ ਖੁਸ਼ੀ ਦੀ ਗੱਲ। ਲੇਕਿਨ ਕੱਲ੍ਹ ਇਹ ਗੱਲ ਆਈ ਸੀ ਵੀ ਬੱਸ ਬੰਦ ਕਰ ਦਿੱਤੀ ਜਾਏਗੀ, ਟ੍ਰੇਨ ਬੰਦ ਕੀਤੀ ਜਾਏਗੀ। ਲੇਕਿਨ ਟ੍ਰੇਨ ਦੇ ਵਿੱਚ ਵੀ ਸਾਡੀ ਹਿੰਦੁਸਤਾਨ ਸਰਕਾਰ ਨੇ ਇੰਨੀ ਗੱਲ ਕੀਤੀ ਵੀ ਜਿਹੜੀ ਟ੍ਰੇਨ ਆ ਦਿੱਲੀ ਜਿਹੜੀ ਸਮਝੌਤਾ ਐਕਸਪ੍ਰੈਸ ਉਹ ਦਿੱਲੀ ਤੋਂ ਲੈ ਕੇ ਟਾਰੀ ਤੱਕ ਜਾਏਗੀ। ਉਮੀਦ ਹੈ ਵੀ ਅੱਜ ਉਹਨੂੰ ਪਰਮਿਸ਼ਨ ਦੇ ਕੇ ਉਹ ਬੁਲਾ ਅੱਗੇ ਲੈ ਲੈਣਗੇ, ਆਪਣੇ ਵਗਵਾ ਲੈ ਲੈਣਗੇ। ਅੱਜ ਇਹ ਹਾਲਾਤ ਬਣੇ ਹਨ, ਜੇ ਬੱਸ ਜਾ ਸਕਦੀ ਹੈ ਤੇ ਉਹ ਵੀ ਜਾ ਸਕਦੀ ਹੈ। ਇਸ ਕਰਕੇ ਸਰਹੱਦੀ ਖੇਤਰ ਦੇ ਲੋਕਾਂ ਦੇ ਬਹੁਤ ਅਸਰ ਪੈਂਦਾ। ਜੰਗ ਸਰਹੱਦੀ ਖੇਤਰ ਦੇ ਲੋਕ ਨਹੀਂ ਚਾਹੁੰਦੇ, ਜਿੰਨਾ ਸਹਿਮ ਉਹਨਾਂ ਲੋਕਾਂ ਦੇ ਵਿੱਚ ਹੈਗਾ। ਇੱਕ ਪਾਸੇ ਆਪਣੇ ਬਣੇ ਮਕਾਨਾਂ ਵੱਲ ਵਹਿੰਦੇ ਆ, ਪੱਕੀ ਫਸਲ ਵੱਲ ਵਹਿੰਦੇ ਆ, ਤੇ ਦੂਜੇ ਪਾਸੇ ਸਰਕਾਰਾਂ ਵੱਲੇ ਵਹਿੰਦੇ ਵੀ ਇਹ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੀ ਖਾਤਰ ਜਿਹੜਾ ਸਾਨੂੰ ਉਜਾੜ ਰਿਹਾ, ਤੇ ਇਹਨਾਂ ਦਾ ਉਜਾੜਾ ਜਿਹੜਾ ਵਾ ਇਹ ਬੰਦ ਕਰਾਉਣ ਵਾਸਤੇ ਲੋਕਾਂ ਨੇ ਵੀ ਕਾਫੀ ਅਪੀਲਾਂ ਕੀਤੀਆਂ, ਸੋਸ਼ਲ ਮੀਡੀਆ ਨੇ ਕਾਫੀ ਅਪੀਲਾਂ ਕੀਤੀਆਂ ਨੇ। ਕਈ ਲੋਕਾਂ ਨੇ ਚਿੱਠੀਆਂ ਵੀ ਲਿਖੀਆਂ ਨੇ ਪ੍ਰਧਾਨ ਮੰਤਰੀ, ਦੋਵਾਂ ਪ੍ਰਧਾਨ ਮੰਤਰੀ ਨੇ ਲਿਖੀਆਂ। ਯੂਨਾਈਟਿਡ ਅਕਾਲੀ ਦਲ ਜਿਹੜਾ ਵਾ ਉਹ ਕੱਲ੍ਹ ਇੱਕ ਮੰਗ ਪੱਤਰ ਦੇ ਰਿਹਾ, UN ਨੂੰ ਦੇ ਰਿਹਾ ਵਾ, ਦੇਸ਼ ਦੇ ਪ੍ਰਧਾਨ ਮੰਤਰੀ ਦੇ ਰਿਹਾ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਉਹਨਾਂ ਦੀ ਐਮਬੈਸੀ ਨਹੀਂ ਦੇ ਰਿਹਾ ਵਾ ਵੀ ਵੇਖੋ ਤੁਸੀਂ ਜੰਗ ਨਹੀਂ ਚਾਹੁੰਦੇ, ਜੰਗ ਨਾ ਕੀਤੀ ਜਾਵੇ ਤੇ ਇੱਥੇ ਜਿਹੜੀ ਸ਼ਾਂਤਮਈ ਤਰੀਕੇ ਨਾਲ ਜਿਹੜਾ ਸੀ ਉਹ ਰਹਿਣ ਦਾ ਜਿਹੜਾ ਮੌਕਾ ਦਿੱਤਾ ਜਾਵੇ। ਸੋ ਬਿਲਕੁਲ ਜਿਵੇਂ ਪੱਟੀ ਸਾਹਿਬ ਨੇ ਦੱਸਿਆ ਕਿ ਜਿਹੜੀ ਸੜਕ ਜਿੱਥੋਂ ਦੀ ਤੁਸੀਂ ਗੱਡੀਆਂ ਜਿਹੜੀਆਂ ਆ ਉਹ ਆ ਜਾ ਰਹੀਆਂ ਨੇ ਦੇਖ ਰਹੇ ਹੋ, ਲਾਹੌਰ ਨੂੰ ਜਾਣ ਵਾਲੀ ਸੜਕ ਆ, ਤੇ ਇੱਥੋਂ ਹੀ ਉਹ ਬੱਸ ਜਿਹੜੀ ਆ ਲੰਘਦੀ, ਜਿਹੜੀ ਹੁਣੇ ਲੰਘ ਕੇ ਵੀ ਗਈ ਆ। ਇਸ ਦੇ ਨਾਲ ਸਰਸਾ ਸਾਹਿਬ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਮੀਡੀਆ ਜਿਹੜਾ ਆ, ਮੀਡੀਆ ਨੇ ਬਹੁਤ ਜ਼ਿਆਦਾ ਇੱਕ ਕਹਿ ਲਿਆ ਜਾਵੇ ਕਿ ਬਲਦੀ ਦੇ ਉੱਤੇ ਤੇਲ ਪਾਉਣ ਦਾ ਕੰਮ ਕੀਤਾ ਹੈ। ਜਿਹੜਾ ਭਾਰਤੀ ਮੀਡੀਆ ਉਹਨਾਂ ਨੇ ਬਹੁਤ ਜ਼ਿਆਦਾ ਭੜਕਾਹਟ ਜਿਹੜੀ ਆ ਉਹ ਪੈਦਾ ਕੀਤੀ ਹੈ, ਜਿਸ ਦੇ ਨਾਲ ਲੋਕਾਂ 'ਚ ਸਹਿਮ ਵੀ ਪੈਦਾ ਹੋਇਆ। ਇਹ 'ਚ ਗੱਲ ਸਾਹਿਬ ਅਸੀਂ ਜੋ ਆਮ ਚਰਚਾ ਜਾਂ ਅਸੀਂ ਜੋ ਦੇਖਦੇ ਹਾਂ ਉਹਦੇ ਵਿੱਚ ਹੁਣ ਤੱਕ ਸਾਡੇ ਸਾਹਮਣੇ ਇਹ ਗੱਲ ਜਿਹੜੀ ਆ ਉਹ ਬੜੀ ਖੁੱਲ੍ਹ ਕੇ ਆ ਰਹੀ ਆ ਕਿ ਜਿਹੜਾ ਭਾਰਤੀ ਮੀਡੀਆ ਜਿਸ ਤਰੀਕੇ ਨਾਲ ਬਲਦੀ ਦੇ ਉੱਤੇ ਤੇਲ ਪਾ ਰਿਹਾ ਹੈ, ਤੇ ਅੱਜ ਮੋਦੀ ਦੇ ਜਿਹੜੇ ਆ ਉਹ ਨਾਅਰੇ ਲਾਏ ਜਾ ਰਹੇ ਨੇ। ਉਹ ਸਿਰਫ ਅਸੀਂ ਇਹ ਵੇਖਦੇ ਹਾਂ ਕਿ ਇਹ ਜਿਹੜਾ ਮੀਡੀਆ ਜਿਹੜਾ ਇਹਨੂੰ ਮੋਟੀਆਂ ਰਕਮਾਂ ਦਿੱਤੀਆਂ ਗਈਆਂ ਨੇ ਮੋਦੀ ਨੂੰ ਪ੍ਰਮੋਟ ਕਰਨ ਵਾਸਤੇ, ਮੋਦੀ ਦੀ ਜੈ ਜੈਕਾਰ ਬੁਲਾਉਣ ਵਾਸਤੇ, ਔਰ ਆਉਣ ਵਾਲੀ ਜਿਹੜੀ ਇਲੈਕਸ਼ਨ ਆ ਉਹਨੂੰ ਜਿੱਤਣ ਵਾਸਤੇ ਮੋਦੀ ਨੇ ਜਿਹੜਾ ਇਹ ਮੀਡੀਆ ਦਾ ਜਿਹੜਾ ਇਹ ਸਹਾਰਾ ਲੈ ਕੇ ਤੇ ਇਹ ਜਿਹੜਾ ਬਲਦੀ ਦੇ ਉੱਤੇ ਜਿਹੜਾ ਤੇਲ ਜਿਹੜਾ ਉਹ ਪਾ ਰਿਹਾ। ਹਾਂ। ਸੋ ਪੱਟੀ ਸਾਹਿਬ, ਜਿਸ ਤਰ੍ਹਾਂ ਭਾਰਤ ਨੇ ਪਹਿਲਾਂ ਦਾਅਵਾ ਕੀਤਾ ਸੀਗਾ ਕਿ ਉੱਥੇ ਜਿਹੜੇ ਟਿਕਾਣੇ ਆ, ਅੱਤਵਾਦੀ ਟਿਕਾਣੇ ਆ, ਉਹਨਾਂ ਦੇ ਉੱਤੇ ਬੰਬਾਰ ਜਿਹੜੇ ਆ ਉਹ ਕੀਤੀ ਗਈ ਆ, ਤੇ ਹੁਣ ਪਾਕਿਸਤਾਨ ਕਹਿ ਰਿਹਾ ਆ ਕਿ ਬੰਬ ਤੇ ਜੰਗਲਾਂ 'ਚ ਸੁੱਟ ਕੇ ਹੀ ਚਲੇ ਗਏ ਉੱਥੇ। ਵੇਖੋ ਜਿਹੜੀ ਬਾਲਾਕੋਟ ਦੀ ਗੱਲ ਕੀਤੀ ਜਾਂਦੀ ਆ, ਬਾਲਾਕੋਟ ਦੇ ਵਿੱਚ ਜਹਾਦੀਆਂ ਦਾ ਕੈਂਪ ਅੱਜ ਨਵਾਂ ਨਹੀਂ ਗਾ। ਤੁਸੀਂ 200 ਸਾਲ ਦਾ ਪੁਰਾਣਾ ਇਤਿਹਾਸ ਫੋਲ ਲਓ। ਅੰਗਰੇਜ਼ਾਂ ਨੇ ਬਰੇਲੀ ਤੋਂ ਲਿਜਾ ਕੇ ਅਹਿਮਦ ਸਈਦ ਜਿਹੜਾ ਹੈਗਾ ਸੀ ਸ਼ਾਹ, ਉਹਨੂੰ ਉੱਥੇ ਭੇਜਿਆ ਸੀ ਵੀ ਤੂੰ ਜਾ ਕੇ ਜਹਾਦੀ ਤਿਆਰ ਕਰ, ਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਖਲਬੀ ਵਿੱਚ ਉਦੋਂ ਵੀ ਉਹਨੇ ਬਾਲਾਕੋਟ ਜਾ ਕੇ ਕੈਂਪ ਬਣਾਇਆ ਸੀਗਾ। ਉਸ ਬਾਲਾਕੋਟ ਇਸ ਕਰਕੇ ਬਣਾਇਆ ਸੀਗਾ ਵੀ ਇੱਕ ਪਹਾੜੀ ਏਰੀਆ ਵਾ, ਲੁਕਣ ਵਾਲਾ ਏਰੀਆ ਵਾ, ਨਾਲ ਉਹ ਜੰਗਲ ਵੀ ਉੱਥੇ ਹੈਗੇ ਆ, ਇਸ ਕਰਕੇ ਬਣਾਇਆ ਗਿਆ ਸੀ। ਤੇ ਉਹਨੇ ਬੜਾ ਪਰੇਸ਼ਾਨ ਕੀਤਾ ਸੀ ਮਹਾਰਾਜਾ ਰਣਜੀਤ ਸਿੰਘ ਨੂੰ, ਸ਼ਾਹ ਨੇ। ਅਖੀਰ ਦੇ ਉੱਤੇ ਇਹਨਾਂ ਨੂੰ ਫਿਰ ਕੀ ਕਰਨਾ ਪਿਆ ਵੀ ਇਹਨਾਂ ਨੇ ਫਿਰ ਜਿਹੜਾ ਸ਼ੇਰ ਸਿੰਘ ਸੀ ਮਹਾਰਾਜਾ ਦਾ ਬੇਟਾ, ਉਹ ਫੌਜ ਲੈ ਕੇ ਗਿਆ ਤੇ ਸ਼ਾਹ ਮਾਰਿਆ ਗਿਆ, ਤੇ ਫਿਰ ਅੰਗਰੇਜ਼ਾਂ ਨੂੰ ਬੜਾ ਘਾਟਾ ਪਿਆ ਸੀਗਾ।
ਤੇ ਫਿਰ ਜਾ ਕੇ ਪਸ਼ਾਵਰ ਤੇ ਕਬਜ਼ਾ ਹੋਇਆ ਸੀਗਾ। ਇਸ ਕਰਕੇ ਉਹ ਜੇ ਕਹਿ ਲਈਏ ਵੀ ਜਹਾਦੀਆਂ ਦਾ ਕੋਈ ਨਵਾਂ ਅੱਡਾ ਵਾ, ਉਹ ਨਵਾਂ ਅੱਡਾ ਨਹੀਂ, ਬੜਾ ਪੁਰਾਣਾ ਅੱਡਾ ਵਾ। ਜਦੋਂ ਅਫਗਾਨਿਸਤਾਨ ਦੇ ਵਿੱਚ ਜੈਸ਼ ਦਾ ਦਫ਼ਤਰ ਹੈਗਾ ਸੀ, ਹੈਡਕੁਆਟਰ ਸੀਗਾ, ਅਮਰੀਕਾ ਉੱਥੇ ਹੈਗਾ, ਤੇ ਇਹਨਾਂ ਨੇ ਆਪਣਾ ਉੱਥੇ ਬਾਲਾਕੋਟ ਵਿੱਚ ਸ਼ਿਫਟ ਕਰ ਲਿਆ ਸੀਗਾ ਪਾਕਿਸਤਾਨ ਦੇ ਵਿੱਚ। ਇਸ ਕਰਕੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਵੀ ਉੱਥੇ ਜਹਾਦੀਆਂ ਦਾ ਅੱਡਾ ਸੀਗਾ। ਲੇਕਿਨ ਮੈਂ ਮਹਿਸੂਸ ਕਰਦਾ ਜੇ ਪਾਕਿਸਤਾਨ ਕਹਿ ਰਿਹਾ ਕੋਈ ਮਰਿਆ ਨਹੀਂ, ਜੇ ਉਹਨਾਂ ਨੂੰ ਇਨਫੋਰਮੇਸ਼ਨ ਸੀ, ਤਾਂ ਇਨਫੋਰਮੇਸ਼ਨ ਉਹਨਾਂ ਨੂੰ ਹੋ ਸਕਦੀ ਹੈ ਵੀ ਅਟੈਕ ਹੋਣ ਵਾਲਾ ਵਾ, ਹੋ ਸਕਦਾ ਵੀ ਉੱਥੋਂ ਅੱਗੇ ਪਿੱਛੇ ਹੋ ਗਏ ਹੁਣ। ਤੇ ਜੇ ਇਹਨਾਂ ਅਟੈਕ ਕੀਤਾ ਤੇ ਮੈਂ ਸੋਚਦਾ ਵੀ ਇਸ ਅਟੈਕ ਨੂੰ ਮੈਂ ਇਹ ਕਹੂੰਗਾ ਵੀ ਜੰਗ 'ਚ ਨਾ ਬਦਲਿਆ ਜਾਵੇ, ਅੱਤਵਾਦ ਦੀ ਲੜਾਈ ਅੱਤਵਾਦ ਤੱਕ ਸੀਮਿਤ ਰੱਖੀ ਜਾਵੇ ਤਾਂ ਚੰਗਾ ਹੈ। ਜੇ ਜੰਗ 'ਚ ਬਦਲੀ ਤੇ ਫਿਰ ਦੇ ਸਿੱਟੇ ਭਿਆਨਕ ਨਿਕਲਣਗੇ। ਸਰਸਾ ਸਾਹਿਬ, ਇੱਕ ਗੱਲ ਮੇਰੇ ਜ਼ਿਹਨ ਦੇ ਵਿੱਚ ਆ ਰਹੀ ਆ ਕਿ ਜਿਵੇਂ ਤੁਸੀਂ ਦੱਸਿਆ ਕਿ ਤੁਹਾਡਾ ਪਿੰਡ ਬਿਲਕੁਲ ਬਾਰਡਰ ਤੇ ਆ, ਇਸੇ ਤਰ੍ਹਾਂ ਬਹੁਤ ਸਾਰੇ ਹੋਰ ਵੀ ਪਿੰਡ ਆ ਜਿਹੜੇ ਬਿਲਕੁਲ ਬਾਰਡਰ ਦੇ ਉੱਤੇ ਆ, ਜਿਹੜੇ ਕਿ 1.5 ਕਿਲੋਮੀਟਰ ਜਾਂ 2 ਕਿਲੋਮੀਟਰ ਦੇ ਜਿਹੜਾ ਵਾ ਉਹ ਨੇੜੇ ਆ ਬਾਰਡਰ ਤੇ। ਤੇ ਜਦੋਂ ਫਿਰ ਜੰਗ ਦੀ ਗੱਲ ਚੱਲਦੀ ਆ ਤਾਂ ਫੌਜ ਜਦੋਂ ਆਉਂਦੀ ਆ ਉੱਥੇ, ਤਾਂ ਫਿਰ ਕਈ ਵਾਰ ਫਸਲਾਂ ਦਾ ਨੁਕਸਾਨ ਵੀ ਹੋਇਆ ਹੋਏਗਾ, ਜਾਂ ਪਹਿਲਾਂ ਜਿੱਦਾਂ ਤੁਸੀਂ ਦੱਸਿਆ ਵਾ ਕਿ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਹੁੰਦਾ, ਫਿਰ ਫਸਲਾਂ ਦਾ ਵੀ ਨੁਕਸਾਨ ਹੁੰਦਾ ਆ, ਕੁਝ ਕਹਿ ਵੀ ਨਹੀਂ ਸਕਦੇ। ਗਿੱਲ ਸਾਹਿਬ, ਮੇਰੀ ਜਿਹੜੀ ਜ਼ਮੀਨ ਹੈ ਉਹ ਜਿਹੜੀ ਤਾਰ ਫੈਂਸੀ ਕੀਤੀ ਹੋਈ ਹੈ ਉਸ ਤੋਂ ਸਿਰਫ ਅੱਧਾ ਕਿਲੋਮੀਟਰ ਦੀ ਦੂਰੀ ਤੋਂ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਉਰੇ ਨੂੰ ਆਉਂਦੀ ਹੈ। ਜਿਹੜੀਆਂ ਸਾਡੀਆਂ ਉਹ ਜ਼ਮੀਨਾਂ ਜਿਹੜੀਆਂ ਫਸਲਾਂ ਬੀਜੀਆਂ ਨੇ, ਫਸਲ ਤਾਂ ਜ਼ਿਮੀਂਦਾਰ ਦਾ ਇਹ ਹੁੰਦਾ ਹੈ ਕਿ ਉਹ ਰੋਜ਼ਾਨਾ ਜਿੰਨਾ ਚਿਰ ਫਸਲ ਨੂੰ ਧਿਆਨ ਉਹਦੇ ਵੱਲ ਨਾ ਰੱਖੇ ਤੇ ਉਹ ਫਸਲ ਜਿਹੜੀਆਂ ਨਹੀਂ ਹੁੰਦੀ। ਪਾਣੀ ਲਾਉਣਾ ਹੈ, ਫਿਰ ਅੱਜ ਕੱਲ੍ਹ ਜਿਹੜੀਆਂ ਨੇ ਸਪਰੇਆਂ ਨੇ, ਉਹ ਹਰ ਤਰ੍ਹਾਂ ਦੀ ਦੇਖਭਾਲ ਫਸਲ ਦੀ ਕਰਨੀ ਹੈ। ਤੇ ਜੇਕਰ ਅਸੀਂ ਲੰਬਾ ਸਮਾਂ ਉਹ ਪਿੱਛੇ ਜਾਣਾ ਪਵੇ, ਪਹਿਲੀ ਗੱਲ ਤਾਂ ਇਹ ਆ ਕਿ ਅੱਜ ਜਿਸ ਤਰ੍ਹਾਂ ਦੇ ਹਾਲਾਤ ਨੇ, ਕੋਈ ਵੀ ਕਿਸੇ ਰਿਸ਼ਤੇਦਾਰ ਕੋਲ ਤੁਸੀਂ ਜਾ ਕੇ ਰਾਤ ਨਹੀਂ ਰਹਿ ਸਕਦੇ। ਜੇ ਸਾਨੂੰ ਉੱਥੋਂ ਉੱਠਣਾ ਪੈ ਜਾਏ ਤਾਂ ਅਸੀਂ ਰਹਿਣਾ ਕਿੱਥੇ ਆ? ਮੰਨ ਲਓ ਜੇ ਅਸੀਂ ਆਪਣੇ ਬੱਚਿਆਂ ਜਾਂ ਪਰਿਵਾਰ ਨੂੰ ਰਿਸ਼ਤੇਦਾਰਾਂ ਕੋਲ ਕਿਸੇ ਕੋਲ ਛੱਡ ਆਉਣੇ ਆ 2 ਦਿਨ, ਤੇ ਜਿਹੜਾ ਸਾਡਾ ਮਾਲ ਪਸ਼ੂ ਆ ਉਹਨੂੰ ਅਸੀਂ ਕਿੱਥੇ ਲੈ ਕੇ ਜਾਵਾਂਗੇ? ਉਹਨੂੰ ਪੱਠਾ ਨੀਰਾ ਕਿੱਥੋਂ ਪਾਵਾਂਗੇ? ਸੋ ਸਾਡੇ ਵਾਸਤੇ ਜਿਹੜੇ ਅਸੀਂ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਆ, ਸਾਡੇ ਵਾਸਤੇ ਬਹੁਤ ਲੰਮੀਆਂ ਫਸਲਾਂ ਨੇ। ਔਰ ਸਾਡਾ ਜਿਹੜਾ ਬਾਰਡਰ ਹੈ ਇਹ ਕੋਈ 2-4 ਕਿਲੋਮੀਟਰ ਦਾ ਲੰਬਾ ਨਹੀਂ ਹੈਗਾ। ਇਹ ਬਾਰਡਰ ਤੁਸੀਂ ਦੇਖੋ ਨਾ, ਪਠਾਨਕੋਟ ਤੋਂ ਲੈ ਕੇ ਤੇ ਇਹ ਅੱਗੇ ਗੰਗਾ ਨਗਰ ਤੱਕ ਤਾਂ ਪੰਜਾਬ ਦਾ ਹੀ ਏਰੀਆ। ਤੇ ਉਹ ਸਭ ਤੋਂ ਵੱਧ ਜਿਹੜਾ ਖਤਰਾ ਹੁੰਦਾ ਹੈ ਇਹ ਇੱਥੇ ਫੋਰਸਾਂ ਵੀ, ਆਰਮੀ ਵੀ ਜਿਹੜੀ ਹੈ ਇੱਥੇ ਬੈਠਦੀ ਆ, ਔਰ ਜ਼ਿਆਦਾ ਨੁਕਸਾਨ ਵੀ ਜਿਹੜਾ ਉਹ ਪੰਜਾਬ ਨੂੰ ਹੀ ਟਾਰਗੇਟ ਰੱਖਿਆ ਜਾਂਦਾ, ਕਿਉਂਕਿ ਇਹਨਾਂ ਦਾ ਜ਼ੋਰ ਵੀ ਜਿਹੜਾ ਭਾਰਤ ਵਾਲਿਆਂ ਦਾ ਵੀ ਇੱਧਰ ਹੀ ਹੁੰਦਾ, ਇਸ ਪਾਸੇ ਵੱਲ ਲਾਹੌਰ ਵੱਲ, ਤੇ ਉਹਨਾਂ ਦਾ ਵੀ ਜ਼ੋਰ ਜਿਹੜਾ ਇਸ ਪਾਸੇ ਹੁੰਦਾ ਵੀ ਇਹ ਜਿਹੜੀਆਂ ਫੌਜਾਂ ਜਿਹੜੀਆਂ ਬੈਠੀਆਂ ਨੇ ਇਹਨਾਂ ਨੂੰ ਕਿਸੇ ਤਰੀਕੇ ਨਾਲ ਜਿਹੜਾ ਟਾਰਗੇਟ। ਸੋ ਸਾਡਾ ਉੱਥੇ ਇਸ ਟਾਈਮ ਦੇ ਉੱਤੇ ਜਿਹੜਾ ਰਹਿਣਾ ਬਹੁਤ ਹੀ ਉਹ ਖਤਰੇ ਤੋਂ ਖਾਲੀ ਨਹੀਂ। ਜੇ ਜੰਗ ਲੱਗਦਾ ਤਾਂ ਅਸੀਂ ਜੰਗ, ਜਿਸ ਕਰਕੇ ਇਹ ਜੰਗ ਬਿਲਕੁਲ ਨਹੀਂ ਚਾਹੁੰਦੇ, ਅਸੀਂ ਸ਼ਾਂਤੀ ਚਾਹੁੰਦੇ ਹਾਂ। ਪੱਟੀ ਸਾਹਿਬ, ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਉੱਥੇ ਬੰਬ ਜਿਹੜੇ ਜੰਗਲਾਂ ਸੁੱਟ ਦਿੱਤੇ ਗਏ, ਬਾਅਦ ਦੇ ਵਿੱਚ ਕੱਲ੍ਹ ਦੀ ਗੱਲ ਕੀਤੀ ਜਾਵੇ ਜਿਸ ਤੋਂ ਜ਼ਿਆਦਾ ਮਾਹੌਲ ਫਿਰ ਤਣਾਅ ਵਾਲਾ ਬਣ ਗਿਆ ਕਿ ਪਾਇਲਟ ਜਿਹੜਾ ਇੱਕ ਆ ਉਹ ਫੜ ਲਿਆ ਗਿਆ, ਪਾਕਿਸਤਾਨ ਨੇ ਉਹ ਪਾਇਲਟ ਫੜ ਲਿਆ ਤੇ ਇੱਕ ਜਹਾਜ਼ ਜਿਹੜਾ ਉਹ ਡਿੱਗ ਪਿਆ ਤੇ ਦੂਸਰੇ ਜਹਾਜ਼ ਦਾ ਪਾਇਲਟ ਜਿਹੜਾ ਬਚ ਗਿਆ। ਉਸ ਦੇ ਨਾਲ ਜਿਸ ਤਰ੍ਹਾਂ ਦਾ ਟਰੀਟਮੈਂਟ ਜਿਹੜਾ ਆ ਉਹ ਕੀਤਾ ਗਿਆ ਆ, ਤੁਸੀਂ ਉਸ ਨੂੰ ਕਿਵੇਂ ਦੇਖਦੇ ਹੋ? ਪਾਕਿਸਤਾਨ ਨੇ ਜਿਵੇਂ ਦਾ ਉਹਦੇ ਨਾਲ ਟਰੀਟ ਕੀਤਾ, ਕਈ ਵੀਡੀਓ ਵੀ ਰਿਲੀਜ਼ ਕੀਤੀਆਂ ਉਹਦੀਆਂ ਨੂੰ, ਚਾਹ ਵੀ ਪਿਆਈ। ਵੇਖੋ ਜੀ, ਜਨੇਵਾ ਸਮਝੌਤੇ ਦੇ ਮੁਤਾਬਕ ਜਦੋਂ ਵੀ ਕੋਈ ਇੱਕ ਦੇਸ਼ ਦਾ ਦੂਸਰੇ ਦੇਸ਼ ਦਾ ਜਿਹੜੀ ਸਰਕਾਰ ਹੈ ਕੋਈ ਬੰਦਾ ਫੜਦੀ, ਫੋਰਸਸ ਫੜਦੀਆਂ ਨੇ, ਤੇ ਜਨੇਵਾ ਸਮਝੌਤੇ ਮੁਤਾਬਕ ਉਹਨੂੰ ਇਮੀਡੀਏਟਲੀ ਜਿਹੜਾ ਵਾ ਉਹ ਉਸ ਕੰਟਰੀ ਦੇ ਹਵਾਲੇ ਕਰਨਾ ਹੁੰਦਾ। ਲੇਕਿਨ ਜਿਸ ਤਰੀਕੇ ਨਾਲ ਅਭਿਨੰਦਨ ਜਿਹੜੇ ਸਾਡੇ ਪਾਇਲਟ ਸੀ, ਬੜੀ ਮਿਹਨਤ ਉਹਨਾਂ ਨੇ, ਬੜੀ ਦਲੇਰੀ ਨਾਲ ਉੱਥੇ ਗੱਲ ਕੀਤੀ ਹੈ, ਬੜੀ ਹਿੰਮਤ ਨਾਲ ਗੱਲ ਕੀਤੀ, ਬੜੇ ਹੌਸਲੇ ਨਾਲ ਗੱਲ ਕੀਤੀ ਹੈ। ਉਹਨਾਂ ਨੇ ਆਪਣੀ ਜ਼ਿੰਦਗੀ ਦੀ ਕੋਈ ਭੀਖ ਨਹੀਂ ਮੰਗੀ, ਉਹਨਾਂ ਕੁਛ ਨਹੀਂ ਕੀਤਾ, ਜੋ ਵੀ ਜਵਾਬ ਦਿੱਤਾ ਠੋਕ ਵਜਾ ਕੇ ਦਿੱਤਾ ਉਹਨਾਂ ਨੇ। ਲੇਕਿਨ ਉੱਥੇ ਉਹਦੇ ਬੰਨ੍ਹਣਾ, ਉਹਨੂੰ ਲੱਤਾਂ ਨੂੰ ਰੱਸੇ ਨਾਲ ਬੰਨ੍ਹਣਾ, ਉਹਦੇ ਪਿਛਲੇ ਹੱਥ ਬੰਨ੍ਹਣੇ, ਉਹਦੇ ਅੱਖਾਂ 'ਤੇ ਪੱਟੀ ਬੰਨ੍ਹਣੀ, ਜਿਹੜੀ ਹੈ ਉਹ ਜਨੇਵਾ ਸਮਝੌਤੇ ਦੀ ਜਿਹੜੀਆਂ ਸ਼ਰਤਾਂ ਉਹਦੇ ਬਿਲਕੁਲ ਖਿਲਾਫ ਆ। ਉਹਦੇ ਮੁਤਾਬਕ ਜਿਹੜਾ ਉਹਨਾਂ ਗਲਤ ਸਮਝੌਤਾ, ਮੈਂ ਚਾਹੂੰਗਾ ਕਿ ਤੁਸੀਂ ਦੱਸ ਦਿਓ ਕੀ ਹੈਗਾ ਆ ਜਨੇਵਾ ਸਮਝੌਤੇ ਦੇ ਮੁਤਾਬਕ। ਤੁਹਾਨੂੰ ਪਹਿਲਾਂ ਦੱਸਦਾ ਵੀ ਜਦੋਂ ਵੀ ਪਹਿਲੀ ਗੱਲ ਤੇ ਜੰਗ ਉਹਨਾਂ ਕੋਲ ਹੋਣੀ ਨਹੀਂ ਚਾਹੀਦੀ, ਇਸੇ ਕਰਕੇ UN ਨੇ ਹੋਣੀ ਚਾਹੀ ਸੀਗੀ ਵੀ ਕੋਈ ਜੰਗ ਹੋਣੀ ਨਹੀਂ ਚਾਹੀਦੀ। ਜੇ ਕਿਤੇ ਮਜਬੂਰੀ ਵਸ ਜੰਗ ਹੁੰਦੀ ਹੈ ਤੇ ਜਦੋਂ ਕਿ ਇੱਕ ਦੇਸ਼ ਦੇ ਦੂਜੇ ਦੇਸ਼ ਫੌਜੀ ਫੜਦਾ ਵਾ ਤੇ ਉਹਨਾਂ ਦਾ ਸਲੂਕ ਜਿਹੜਾ ਉਹ ਆਪਣੇ ਨਾਗਰਿਕਾਂ ਵਾਂਗ ਕੀਤਾ ਜਾਵੇ, ਆਪਣੇ ਫੌਜੀਆਂ ਵਾਂਗ ਕੀਤਾ ਜਾਵੇ। ਉਹ ਫੌਜੀ ਉਹ ਇੱਕ ਉਹਨਾਂ ਦਾ ਫੌਜੀ ਸਲੂਕ ਕੀਤਾ ਜਾਣਾ ਚਾਹੀਦਾ ਵਾ। ਇਹ ਨਹੀਂ ਗੱਲ ਦੂਸਰੇ ਦੇਸ਼ ਦੇ ਗੁਲਾਮਾਂ ਵਾਲਾ ਸਲੂਕ ਨਾਲ ਕੀਤਾ ਜਾਵੇ, ਇਹ ਨਹੀਂ ਹੁੰਦਾ ਉਹਦੇ ਵਿੱਚ। ਤੇ ਉਹਨੂੰ 10 ਦਿਨਾਂ ਦੇ ਵਿੱਚ ਛੱਡਣਾ ਪੈਂਦਾ। ਤੁਹਾਨੂੰ ਪਤਾ ਜੋ ਨਾਚੀ ਕੀਤਾ ਕਾਰਗਿਲ ਜੰਗ ਦੇ ਵਿੱਚ ਫੜਿਆ ਗਿਆ ਸੀ ਉੱਧਰ, ਤਾਂ ਉਹਨੂੰ 2 ਹਫ਼ਤੇ ਬਾਅਦ ਛੱਡਿਆ ਸੀ ਉਹਨਾਂ ਨੇ। ਪਹਿਲਾਂ ਉਹਦੀ ਜੋ ਤਸ਼ੱਦਦ ਕੀਤਾ, ਤਸ਼ੱਦਦ ਕਰਨ ਤੋਂ ਬਾਅਦ ਜੇਲ੍ਹ 'ਚ ਭੇਜਿਆ, ਜੇਲ੍ਹ ਤੋਂ ਬਾਅਦ ਮੁੜ 2 ਹਫ਼ਤੇ ਬਾਅਦ ਛੱਡਿਆ ਸੀਗਾ। ਹੁਣ ਜਿਸ ਤਰੀਕੇ ਨਾਲ ਪ੍ਰੈਸ਼ਰ ਪੈ ਰਿਹਾ ਵਾ ਅਭਿਨੰਦਨ ਨੂੰ ਛੱਡਣ ਵਾਸਤੇ, ਉਮੀਦ ਹੈ ਜਲਦੀ ਉਹ ਆ ਜਾਵੇਗਾ। ਲੇਕਿਨ ਜਿਹੜਾ ਅਸੀਂ ਤੇ ਫਿਰ ਉੱਥੇ ਗੱਲ ਕਹਿੰਦੇ ਹਾਂ ਵੀ ਅੱਤਵਾਦ ਦੀ ਲੜਾਈ ਜਿਹੜੀ ਅੱਤਵਾਦੀ ਤਰੀਕੇ ਨਾਲ ਨਜਿੱਠੀ ਜਾਣੀ ਚਾਹੀਦੀ ਹੈ, ਨਾ ਕਿ ਇਹਨੂੰ ਜੰਗ ਦੇ ਰੂਪ 'ਚ ਲਿਆ ਜਾਣਾ ਚਾਹੀਦਾ। ਜੇ ਜੰਗ ਦੇ ਰੂਪ 'ਚ ਲਿਆ ਜਾਂਦਾ ਤਾਂ ਦੋਵਾਂ ਦੇਸ਼ਾਂ ਦੀ ਬਰਬਾਦੀ ਇੰਨੀ ਕੁ ਹੋਏਗੀ ਮੁੜ ਕੇ ਦੋਵੇਂ ਦੇਸ਼ ਉੱਠਣ ਸਕਣਗੇ।
ਇਮਰਾਨ ਖਾਨ ਦੀ ਗੱਲ ਕੀਤੀ ਜਾਵੇ ਤਾਂ ਇਮਰਾਨ ਖਾਨ ਦਾ ਬਿਆਨ ਜਿਹੜਾ ਆ ਉਹ ਆਇਆ ਆ ਕਿ ਗੱਲਬਾਤ ਰਾਹੀਂ ਮਸਲੇ ਜਿਹੜੇ ਆ ਉਹ ਹੱਲ ਹੋਣੇ ਚਾਹੀਦੇ। ਉਹਨਾਂ ਨੇ ਬਹੁਤ ਸਾਰੀਆਂ ਉਦਾਹਰਨਾਂ ਵੀ ਉਸ ਬਿਆਨ ਦੇ ਵਿੱਚ ਦਿੱਤੀਆਂ ਨੇ ਕਿ ਕੋਈ ਵੀ ਲੜਾਈ ਜਿਹੜੀ ਆ ਉਹ ਸ਼ੁਰੂ ਕਰਨੀ ਤੇ ਬੜੀ ਸੌਖੀ ਹੁੰਦੀ ਹੈ, ਪਰ ਉਸ ਨੂੰ ਬੰਦ ਕਰਨਾ ਤੇ ਬੰਦ ਕਰਨ ਤੋਂ ਬਾਅਦ ਦੇ ਵਿੱਚ ਨੁਕਸਾਨ ਦੀ ਭਰਪਾਈ ਜਿਹੜੀ ਲੰਮਾ ਸਮਾਂ ਲਾਉਂਦੀ ਹੈ। ਪਹਿਲੀ ਵਰਲਡ ਵਾਰ ਜੋ ਸ਼ੁਰੂ ਹੋਈ ਨਾ ਜੀ, ਇਹ ਸੀ ਵੀ 2 ਮਹੀਨੇ 'ਚ ਖਤਮ ਹੋ ਜਾਏਗੀ, ਲੇਕਿਨ ਉਹ 6 ਸਾਲ ਚੱਲਦੀ ਰਹੀ। ਦੂਸਰੀ ਵਰਲਡ ਵਾਰ ਚੱਲੀ ਤੇ ਹਿਟਲਰ ਨੂੰ ਇਹ ਸੀ ਵੀ ਮੈਂ ਬੜੀ ਜਲਦੀ ਸਰ ਕਰ ਲੂੰਗਾ ਇਹਨਾਂ ਨੂੰ ਤੇ ਮੈਂ ਜਿੱਤ ਕੇ ਤੇ ਜੇਤੂ ਖਵਾਉਂਗਾ, ਲੇਕਿਨ ਉਹਨੂੰ ਰਸ਼ੀਆ ਦੇ ਜਿਹੜੇ ਮੌਸਮ ਦਾ ਪਤਾ ਨਹੀਂ ਸੀ ਕਿ ਉਹ ਠੰਡ ਜ਼ਿਆਦਾ ਹੋਣ ਕੇ ਇਹੋ ਜਿਹਾ ਆ ਰਿਹਾ ਪਈ, ਮੁੜ ਕੇ ਉਹਨੂੰ ਸੁਸਾਈਡ ਕਰਨੀ ਪਈ। ਇਮਰਾਨ ਖਾਨ ਉਹਨੇ ਜੇ ਪੁਲਵਾਮਾ ਹਲਮੇ ਦੇ ਵਿੱਚ ਜਦੋਂ ਹਮਲਾ ਉਦੋਂ ਵੀ ਗੱਲ ਕੀਤੀ, ਕਰਤਾਰਪੁਰ ਦੇ ਲਾਂਘੇ ਸਮੇਂ ਵੀ ਕੀਤੀ, ਜਿਸ ਦਿਨ ਉਹ ਗੱਦੀ ਤੇ ਬੈਠੇ ਉਸ ਦਿਨ ਵੀ ਗੱਲ ਕੀ ਉਹਨਾਂ ਕਿਹਾ ਜੀ ਅਸੀਂ ਨਿਊ ਪਾਕਿਸਤਾਨ ਦੀ ਉਸਾਰੀ ਕਰਨਾ ਚਾਹੁੰਦੇ ਹਾਂ, ਇੱਥੇ ਸ਼ਾਂਤੀ ਚਾਹੁੰਦੇ ਹਾਂ, ਵਿਕਾਸ ਚਾਹੁੰਦੇ ਹਾਂ, ਉਹਨਾਂ ਸਾਰੀਆਂ ਗੁਆਂਢੀ ਮੁਲਕਾਂ ਦਾ ਚੰਗੇ ਸਬੰਧ ਚਾਹੁੰਦੇ ਹਾਂ, ਉਹਨਾਂ ਸਾਰੀਆਂ ਗੱਲਾਂ ਕੀਤੀਆਂ। ਲੇਕਿਨ ਸਾਡੇ ਵਾਲੇ ਪਾਸੋਂ ਮੈਂ ਸੋਚਦਾ ਕੁਝ ਲੋਕ ਇਹੋ ਜਿਹੇ ਜਿਨ੍ਹਾਂ ਨੇ ਉਹਨੂੰ ਗਲਤ ਮੈਸੇਜ ਲਿਆ, ਨਹੀਂ ਜੀ ਇਹ ਝੂਠ ਬੋਲਦਾ ਜੀ, ਉੱਥੇ ਸਰਕਾਰ ਦਾ ਕੰਟਰੋਲ 'ਚ ਕੋਈ ਸ਼ੱਕ ਵਾਲੀ ਸਰਕਾਰ ਦਾ ਕੰਟਰੋਲ ਆ। ਜੇ ਉੱਥੋਂ ਦੀ ਫੌਜ ਨਾ ਚਾਹੁੰਦੀ ਤੇ ਕਰਤਾਰਪੁਰ ਲਾਂਘੇ ਦੀ ਗੱਲ ਨਹੀਂ ਸੀ ਚੱਲ ਸਕਦੀ, ਉਹਦੇ ਕਰਕੇ ਚੱਲਦੀ ਆ। ਹੁਣ ਮੈਂ ਇਹ ਚਾਹੁੰਦਾ ਵੀ ਜਿਹੜਾ ਜਨੇਵਾ ਸਮਝੌਤਾ ਉਹਦੇ ਮੁਤਾਬਕ ਜਿਹੜਾ ਵਾ ਅਭਿਨੰਦਨ ਉਹਨੂੰ ਇਮੀਡੀਏਟਲੀ ਜਿਹੜਾ ਭਾਰਤ ਦੇ ਹਵਾਲੇ ਕੀਤਾ ਜਾਵੇ। ਇਹ ਤਾਂ ਲੜੀਆਂ ਪੀੜੀਆਂ ਚੱਲਦੀਆਂ ਰਹਿੰਦੀਆਂ ਦੀ ਕੋਈ ਗੱਲ ਨਹੀਂ ਹੈਗੀ, ਗਾਂ ਵੀ ਹੋ ਸਕਦਾ ਵੀ ਇਹੋ ਜਿਹੀ ਨੌਬਤ ਫਿਰ ਆ ਜਾਵੇ ਕਿਸੇ ਕਿਸਮ ਦੀ, ਲੇਕਿਨ ਇਹ ਉਹਨੂੰ ਜਨੇਵਾ ਸਮਝੌਤੇ ਦੇ ਮੁੱਖ ਰੱਖ ਕੇ ਇਮੀਡੀਏਟਲੀ ਵਾਪਸ ਕੀਤਾ ਜਾਵੇ। ਇਸ ਦੇ ਨਾਲ ਮੀਡੀਆ ਜਿਹੜਾ ਵਾ ਉਹ ਅਜੇ ਵੀ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ, ਚਾਹੇ ਕਿ ਪਾਇਲਟ ਫੜ ਲਿਆ ਗਿਆ ਆ, ਸਾਰਾ ਕੁਝ ਹੋਇਆ, ਬਹੁਤ ਕੁਝ ਜਿਹੜਾ ਆ ਮੀਡੀਆ ਦੇ ਹੱਥ ਦੇ ਵਿੱਚ ਹੁੰਦਾ ਆ ਕਿ ਮਾਹੌਲ ਨੂੰ ਸ਼ਾਂਤ ਕਰਨਾ। ਇਸ ਦੇ ਨਾਲ ਲੋਕਾਂ 'ਚ ਸਹਿਮ ਜਿਹੜਾ ਆ ਉਹ ਪੈਦਾ ਹੋ ਰਿਹਾ। ਸਿੱਧੇ ਰੂਪ ਦੇ ਵਿੱਚ ਕੱਲ੍ਹ ਜਿਹੜੀ 21 ਪਾਰਟੀਆਂ ਦੀ ਮੀਟਿੰਗ ਹੋਈ ਹੈ ਜੀ ਦਿੱਲੀ ਦੇ ਵਿੱਚ, ਉਹਨਾਂ ਸਿੱਧੇ ਰੂਪ ਦੇ ਉੱਤੇ ਹਮਲਾ ਮੀਡੀਆ ਦੇ ਉੱਤੇ ਕੀਤਾ ਵਾ ਵੀ ਜਿਸ ਤਰੀਕੇ ਨਾਲ ਮੀਡੀਆ ਮੋਦੀ ਨੂੰ ਹੀਰੋ ਬਣਾ ਕੇ ਪੇਸ਼ ਰਿਹਾ ਉਹ ਗਲਤ ਆ। ਇਹ ਜਿਹੜਾ ਹਮਲਾ ਹੋਇਆ ਪੁਲਵਾਮਾ ਦੇ ਸ਼ਹੀਦਾਂ ਨੂੰ ਤੇ ਆਹ ਜਿਹੜਾ ਸਰਜੀਕਲ ਸਟਰਾਈਕ ਕੀਤੀ ਇਹਨੂੰ ਲੈ ਕੇ ਤਾਂ ਸਿਆਸੀ ਲਾਹਾ ਨਹੀਂ ਲਿਆ ਜਾਣਾ ਚਾਹੀਦਾ। ਉਹ ਸ਼ਹੀਦ ਹੋਏ ਨਾ, ਉਹਨਾਂ ਤੇ ਸਾਨੂੰ ਅਫਸੋਸ ਪ੍ਰਗਟ ਕਰਨਾ ਚਾਹੀਦਾ ਵੀ ਗਾਂ ਇਹੋ ਜਿਹੀ ਘਟਨਾ ਨਾ ਵਾਪਰੇ। ਤੇ ਜਿਹੜਾ ਆਹ ਹਮਲਾ ਕੀਤਾ ਇਹਨਾਂ ਸਟਰਾਈਕ ਕੀਤੀ ਆ, ਇਹ ਇਕੱਲੇ ਮੋਦੀ ਦਾ ਨਹੀਂ, ਇਹਨੂੰ ਸਮੁੱਚੇ ਦੇਸ਼ ਨੇ ਸਲਾਹਿਆ ਵੀ ਇਹ ਠੀਕ ਕੀਤਾ ਜੋ ਕੀਤਾ, ਤੁਸੀਂ ਵਧੀਆ ਕੀਤਾ ਸੀ, ਤੁਹਾਡੇ ਨਾਲ ਆ। ਲੇਕਿਨ ਉਹਨਾਂ ਨੇ ਇੰਨੀ ਗੱਲ ਕਹੀ ਪੁਲਵਾਮਾ ਦੀ ਜਿਹੜੀ ਘਟਨਾ ਵਾਪਰੀ ਸੀ ਉਦੋਂ ਬਾਅਦ ਇਮੀਡੀਏਟਲੀ ਹੋਮ ਮਿਨਿਸਟਰ ਨੇ ਸਰਬ ਪਾਰਟੀ ਮੀਟਿੰਗ ਕਾਲ ਕੀਤੀ ਸੀ। ਹੁਣ ਉਹ ਬਾਰ-ਬਾਰ ਮੰਗ ਕਰ ਰਹੇ ਵੀ ਸਰਬ ਪਾਰਟੀ ਮੀਟਿੰਗ ਕਾਲ ਕੀਤੀ ਜਾਵੇ, ਕਿਉਂ ਨਹੀਂ ਕੀਤੀ ਜਾ ਰਹੀ? ਸਰਬ ਪਾਰਟੀ ਮੀਟਿੰਗ ਦੇ ਵਿੱਚ ਮਤਲਬ ਹੁੰਦਾ ਵੀ ਸਾਰਾ ਦੇਸ਼ ਇੱਕ ਆ। ਕੱਲ੍ਹ 23 ਪਾਰਟੀਆਂ ਨੇ ਇੱਕ ਮੀਟਿੰਗ ਕਰਕੇ ਜ਼ਰੂਰ ਇੱਕ ਸੰਦੇਸ਼ ਦਿੱਤਾ ਵੀ ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ ਤਾਂ ਕਿ ਪਾਕਿਸਤਾਨ ਜਿਹੜੇ ਸੀ ਸ਼ਾਂਤੀ ਦੇ ਰਸਤੇ ਖੋਲ੍ਹ ਕੇ ਤੇ ਲੜਾਈ ਨੂੰ ਜਿਹੜਾ ਦਰਕਿਨਾਰ ਕੀਤਾ ਜਾਵੇ। ਬਿਲਕੁਲ ਸੱਸੋ ਸਾਹਿਬ, ਮਾਹੌਲ ਜਿਹੜਾ ਹੈ ਉਹ ਸ਼ਾਂਤ ਰਹਿਣਾ ਚਾਹੀਦਾ ਵਾ, ਜਾਣ ਬੁੱਝ ਕੇ ਜਿਹੜਾ ਹੈ ਇਲੈਕਸ਼ਨ ਵੀ ਅੱਗੇ ਆ ਰਹੀ ਆ। ਤੁਹਾਨੂੰ ਕੀ ਲੱਗਦਾ ਥੋੜ੍ਹਾ ਬਹੁਤ ਇਸ ਚੀਜ਼ ਦਾ ਵੀ ਅਸਰ ਹੈਗਾ ਕਿ ਇਲੈਕਸ਼ਨ ਨੂੰ ਮੁੱਖ ਰੱਖਦਿਆਂ ਸਰਕਾਰ ਆਪਣੇ ਆਪ ਨੂੰ ਇਹ ਦੱਸਣਾ ਚਾਹੁੰਦੀ ਹੈ ਲੋਕਾਂ ਨੂੰ ਕਿ ਅਸੀਂ ਬਹੁਤ ਸਟਰੋਂਗ ਹਾਂ, ਅਸੀਂ ਬੜਾ ਵਧੀਆ ਤਰੀਕੇ ਨਾਲ ਦੇਸ਼ ਦੀ ਰੱਖਿਆ ਕੀਤੀ ਹੈ ਤੇ ਸਾਨੂੰ ਵੋਟਾਂ ਦਿਓ? ਬਿਲਕੁਲ ਇਸ ਟਾਈਮ ਤੇ ਗੱਲ ਸਾਹਿਬ ਜਿਹੜੀ ਇਹ ਤਾਂ ਗੱਲ ਜਿਹੜੀ ਸਪਸ਼ਟ ਹੋ ਰਹੀ ਆ ਮੀਡੀਆ ਦੇ ਵਿੱਚ ਜਿਸ ਤਰੀਕੇ ਦੇ ਨਾਲ ਟੀਵੀ ਚੈਨਲਾਂ ਦੇ ਉੱਤੇ ਅਖਬਾਰਾਂ ਦੇ ਵਿੱਚ ਇਹ ਜਿੰਨਾ ਮੋਦੀ ਹੋ ਰਹੀ ਹੈ, ਇਹ ਕੇਵਲ ਤੇ ਕੇਵਲ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਮੋਦੀ ਜਿਹੜਾ ਉਹ ਇਲੈਕਸ਼ਨ ਸਟੰਟਬਾਜ਼ੀ ਜਿਹੜੀ ਆ ਉਹ ਚਲਾ ਰਿਹਾ ਇਲੈਕਸ਼ਨ ਜਿੱਤਣ ਵਾਸਤੇ। ਕਿਉਂਕਿ ਇਸ ਟਾਈਮ ਤੇ ਜਿਹੜੇ ਹਾਲਾਤ ਸਨ ਉਹ ਦੇਸ਼ ਦੇ ਜਿਹੜੇ ਸੀ ਉਹ ਬੀਜੇਪੀ ਦੇ ਬਿਲਕੁਲ ਅਗੇਂਸਟ ਹੈ। ਬੀਜੇਪੀ ਜਿੱਤਣ ਦੀ ਹੈਸੀਅਤ ਵਿੱਚ ਨਹੀਂ ਹੈਗੀ, ਜਿਸ ਕਰਕੇ ਉਹ ਮੀਡੀਆ ਦੇ ਰਾਹੀਂ ਇਹ ਪੁਲਵਾਮਾ ਹਮਲੇ ਤੋਂ ਬਾਅਦ ਜਿਹੜਾ ਇਸ ਤਰ੍ਹਾਂ ਦੇ ਇਹ ਕੰਮ ਕਰਕੇ ਤੇ ਮੀਡੀਆ ਦੇ ਰਾਹੀਂ ਇਹ ਮੋਦੀ ਨੂੰ ਜਿਹੜਾ ਉਹ ਪ੍ਰਮੋਟ ਕਰ ਰਿਹਾ ਸਿਰਫ ਇਲੈਕਸ਼ਨ ਜਿੱਤਣ ਵਾਸਤੇ। ਇੱਕ ਇਲੈਕਸ਼ਨ ਸਟੰਟ ਹੈ। ਦੂਸਰਾ ਇਹਦੇ ਵਿੱਚ ਇਹ ਇੱਕ ਹੋਰ ਵੀ ਖੇਡ ਰਹੇ ਨੇ ਕਿ ਜਿਹੜੇ ਕਰਤਾਰਪੁਰ ਦੇ ਲਾਂਘੇ ਦੀ ਜਿਹੜੀ ਗੱਲ ਚੱਲ ਰਹੀ ਹੈ ਤੇ ਉਹਦੇ ਵਿੱਚ ਉਹ ਸਿਹਰਾ ਜਿਹੜਾ ਹੈ ਉਹ ਜਾ ਰਿਹਾ ਹੈ ਨਵਜੋਤ ਸਿੰਘ ਸਿੱਧੂ ਨੂੰ। ਤੇ ਇਹਨਾਂ ਦਾ ਇਹ ਵੀ ਇੱਕ ਮਨੋਰਥ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਉਹ ਡਾਊਨ ਕਰਨ ਵਾਸਤੇ ਵੀ ਜਿਹੜਾ ਇਹ ਚਲਾ ਰਿਹਾ ਵੀ ਇਹ ਜਿਹੜਾ ਕਿਸੇ ਤਰੀਕੇ ਦੇ ਨਾਲ ਜਿਹੜਾ ਇਹ ਕਰਤਾਰਪੁਰ ਲਾਂਘਾ ਜਿਹੜਾ ਇਹਨੂੰ ਵੀ ਤਾਰਪੀਡੋ ਕੀਤਾ ਜਾਵੇ, ਇਹ ਚਾਲੂ ਨਾ ਹੋਵੇ। ਤੇ ਜਿਹੜਾ ਨਵਜੋਤ ਸਿੱਧੂ ਨੂੰ ਜਿਹੜਾ ਇਹ ਸਿਹਰਾ ਜਾ ਰਿਹਾ ਲੋਕਾਂ ਦੇ ਵਿੱਚ, ਸਿੱਖ ਕੌਮ ਦੇ ਵਿੱਚ ਖਾਸ ਕਰਕੇ ਤੇ ਮਨੁੱਖਤਾ ਦੀ ਗੱਲ ਕਰਨ ਵਾਲੇ ਸਮੁੱਚੇ ਪੰਜਾਬੀਆਂ ਦੀ, ਗੁਰੂ ਨਾਨਕ ਨਾਮ ਲੇਵਾ ਸਿੱਖਾਂ ਦੇ ਮਨਾਂ ਦੇ ਵਿੱਚ ਜਿਹੜੀ ਉਹ ਕਦਰ ਸਿੱਧੂ ਦੇ ਪ੍ਰਤੀ ਪੈ ਰਹੀ ਹੈ। ਬੇਸ਼ੱਕ ਸਿੱਖ ਕੌਮ ਦੀ ਲੰਬੇ ਸਮੇਂ ਤੋਂ ਅਰਦਾਸ ਹੈ, ਵਿਛੜੇ ਗੁਰਦੁਆਰਿਆਂ ਦੀ ਅਰਦਾਸ ਜਿਹੜੀ ਹਰ ਰੋਜ਼ ਅਸੀਂ ਕਰਦੇ ਹਾਂ ਦਿਹਾੜੀ ਵਿੱਚ ਕਿੰਨੀ ਵੀ ਕਰੀਏ, ਲੇਕਿਨ ਇਸ ਟਾਈਮ ਤੇ ਜੋ ਸਿੱਧੂ ਦਾ ਰੋਲ ਸੀ ਉਹ ਬਹੁਤ ਵਧੀਆ ਸੀ ਤੇ ਉਹਨੂੰ ਡਾਊਨ ਕਰਨ ਵਾਸਤੇ ਵੀ ਜਿਹੜਾ ਹੈ ਇਹ ਇਹਨਾਂ ਦਾ ਇੱਕ ਸਟੰਟ ਹੈ, ਇਹਨਾਂ ਦਾ ਇੱਕ ਰਾਜਸੀ ਤੌਰ
ਤੌਰ ਦੇ ਉੱਤੇ ਜਿਹੜਾ ਨਵਜੋਤ ਸਿੰਘ ਸਿੱਧੂ ਨੂੰ ਡਾਊਨ ਕਰਨ ਵਾਸਤੇ ਵੀ ਇਹ ਰੌਲਾ ਪਾ ਰਹੇ ਨੇ। ਤੇ ਬਾਕੀ ਮੇਨ ਜਿਹੜਾ ਉਹ ਇਸ ਟਾਈਮ ਦੇ ਉੱਤੇ ਜਿਹੜਾ ਇਹ ਮੀਡੀਆ ਦੇ ਰਾਹੀਂ ਮੋਦੀ ਨੂੰ ਹੀਰੋ ਬਣਾ ਕੇ ਹੀ ਜਿਹੜਾ ਉਹ ਅੱਗੇ ਲਿਆ ਰਹੇ ਨੇ ਕਿ ਕਿਸੇ ਵੀ ਤਰੀਕੇ ਦੇ ਨਾਲ ਆਉਣ ਵਾਲੀ ਜਿਹੜੀ ਇਹ ਇਲੈਕਸ਼ਨ ਹੈ 2019 ਚ ਜਿਹੜੀਆਂ ਹੁਣ ਹੋਣੀਆਂ ਨੇ ਉਹਨਾਂ ਦੇ ਵਿੱਚ ਦੁਬਾਰਾ ਬੀਜੇਪੀ ਜਿਹੜੀ ਆ ਉਹ ਫਿਰ ਜਿੱਤ ਪ੍ਰਾਪਤ ਕਰ ਸਕੇ। ਪੱਟੀ ਸਾਹਿਬ, ਲਾਸਟ ਦੇ ਉੱਤੇ ਕੀ ਕਮੈਂਟ ਹੈ ਤੁਹਾਡਾ? ਸਿਆਸੀ ਜ਼ਮੀਨ ਜਿਹੜੀ ਆ ਉਹ ਤਿਆਰ ਕੀਤੀ ਜਾ ਰਹੀ ਹੈ ਲੜਾਈ ਦੇ ਨਾਮ ਤੇ। ਜਦੋਂ ਬੀਜੇਪੀ ਸਰਕਾਰ ਬਣੀ ਹੈ 2014 ਦੇ ਵਿੱਚ, ਇਹਨਾਂ ਇੰਨੀਆਂ ਕੁ ਕਮਿਟਮੈਂਟ ਕਰ ਲਈਆਂ, ਇੰਨੇ ਕੁ ਵਾਅਦੇ ਕਰ ਲਏ, ਇੰਨਾਂ ਲੋਕਾਂ ਨੂੰ ਰੁਜ਼ਗਾਰ ਦਿਆਂਗੇ। ਉਦੋਂ ਮਨਮੋਹਨ ਸਿੰਘ ਨੂੰ ਮੋਹਨ ਸਿੰਘ ਕਿਹਾ ਗਿਆ, ਇੱਥੋਂ ਤੱਕ ਕਿਹਾ ਗਿਆ ਵੀ ਕਿਸਾਨਾਂ ਨੂੰ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਂਗੇ। ਬੜੇ ਵਾਅਦੇ ਕਰ ਲਏ ਇਹਨਾਂ ਨੇ। ਉਹਦੇ ਵਾਅਦਿਆਂ ਦੇ ਵਿੱਚੋਂ ਇੱਕ ਵੀ ਵਾਅਦਾ ਨਹੀਂ ਪੂਰਾ ਕੀਤਾ ਗਿਆ। ਅੱਜ ਸਿਰਫ ਜਿਹੜਾ ਕਾਰਪੋਰੇਟ ਮੀਡੀਆ ਹੈਗਾ, ਜਿਹੜਾ ਕਾਰਪੋਰੇਟ ਮੀਡੀਆ ਮੋਦੀ ਦਾ ਇੱਕ ਜਰਖਰੀ ਦਾ, ਉਹ ਕਾਰਪੋਰੇਟ ਮੀਡੀਆ ਰੌਲਾ ਪਾ ਰਿਹਾ ਵੀ ਨਹੀਂ ਮੋਦੀ ਕਿਉਂ ਕਰ ਰਿਹਾ, ਵੀ ਉਹ ਸੋਚਦੇ ਵੀ ਜਿਹੜੀਆਂ ਪਿਛਲੀਆਂ ਅਸੀਂ ਪ੍ਰਾਪਤੀਆਂ ਨਹੀਂ ਸਾਡੇ ਕੋਲ ਹੋ ਸਕੀਆਂ ਉਹਨਾਂ ਨੂੰ ਦਰਕਿਨਾਰ ਕਰਕੇ ਤੇ ਇਸ ਮੁੱਦੇ ਨੂੰ ਉਠਾ ਕੇ ਪੁਲਵਾਮਾ ਹਮਲੇ ਨੂੰ ਲੈ ਕੇ ਤੇ ਜਿਹੜੀ ਅਸੀਂ ਸਟ੍ਰਾਈਕ ਕੀਤੀ ਹੈ, ਸਰਜੀਕਲ ਸਟ੍ਰਾਈਕ ਕੀਤੀ ਆ, ਇਹਨੂੰ ਲੈ ਕੇ ਅਸੀਂ ਇਹ ਮੁੱਦਾ ਉਠਾ ਕੇ ਤੇ ਇਲੈਕਸ਼ਨ ਜਿੱਤ ਜੀਏ। ਸ਼ਾਇਦ ਮੇਰੇ ਖਿਆਲ ਇਹ ਸੰਭਵ ਨਹੀਂ। ਅੱਜ ਦੀ ਡੇਟ ਦੇ ਵਿੱਚ 95% ਪਾਕਿਸਤਾਨ ਦੇ ਲੋਕ ਤੇ 95% ਹਿੰਦੁਸਤਾਨ ਦੇ ਲੋਕ ਜੰਗ ਨਹੀਂ ਚਾਹੁੰਦੇ। ਕੁਝ 5% ਲੋਕ ਜਿਨ੍ਹਾਂ ਦੇ ਆਪਣੇ ਕੋਈ ਨਿੱਜੀ ਸਵਾਰਥ ਤੇ ਨਿੱਜੀ ਇੰਟਰਸਟ ਨੇ, ਉਹ ਜ਼ਰੂਰ ਜੰਗ ਚਾਹੁੰਦੇ ਆ। ਲੇਕਿਨ ਮੈਂ ਮਹਿਸੂਸ ਕਰਦਾ ਵੀ ਇਹਦਾ ਲਾਭ ਦੇਸ਼ ਦੇ ਲੋਕ ਮੋਦੀ ਨੂੰ ਨਹੀਂ ਲੈਣ ਦੇਣਗੇ। ਇਹਨੂੰ ਸਵਾਲ ਪੁੱਛੇ ਜਾਣਗੇ ਬਕਾਇਆ ਤੌਰ ਤੇ ਵੀ ਦੱਸੋ ਜਿਹੜੇ ਤੁਸੀਂ ਵਾਅਦੇ ਕੀਤੇ ਉਹ ਪੂਰੇ ਕਿਉਂ ਨਹੀਂ ਕੀਤੇ। ਉਹਨਾਂ ਵਾਅਦਿਆਂ ਤੋਂ ਇਹ ਮੁਨਕਰ ਨੇ, ਉਹਨਾਂ ਨੂੰ ਇਹ ਥੱਲੇ ਦਬਾ ਕੇ ਤੇ ਸਿਰਫ ਇਹ ਜਿਹੜੀਆਂ ਸਾਡੇ ਸੁਰੱਖਿਆ ਏਜੰਸੀਆਂ ਵਾ ਉਹਨਾਂ ਦੇ ਮੋਹਰਾ ਬਣਾ ਕੇ ਇਹ ਇਲੈਕਸ਼ਨ ਜਿੱਤਣਾ ਚਾਹੁੰਦੇ ਆ। ਜਿੱਦਾਂ ਕਿ ਇਮਰਾਨ ਖਾਨ ਨੇ ਕਿਹਾ ਸੀ, ਪੁਲਵਾਮਾ ਜਿਹੜੇ ਹਮਲੇ ਦੀ ਤੁਸੀਂ ਗੱਲ ਕਰਦੇ, ਉਹ ਤੁਹਾਡਾ ਵਿਅਕਤੀ, ਤੁਹਾਡੀ ਕਾਰ, ਤੁਹਾਡਾ ਸਭ ਕੁਝ ਉੱਥੇ 7 ਲੱਖ ਫੌਜ ਲੱਗੀ ਆ, CRP ਲੱਗੀ ਆ, BSF ਲੱਗੀ ਆ। ਜੇ ਫਿਰ ਵੀ ਪਾਕਿਸਤਾਨ ਤੋਂ ਆ ਗਿਆ ਉੱਥੇ ਬਰੂਦ ਇੱਦਾਂ ਤਕੜਾ 350 ਕਿਲੋ ਬਰੂਦ ਆ ਗਿਆ ਵਾ, ਤੇ ਮੇਰਾ ਖਿਆਲ ਤੇ ਫਿਰ ਉਹਨਾਂ ਨੂੰ ਲਾਉਣ ਦੀ ਲੋੜ ਨਹੀਂ, ਉਹਨਾਂ ਬੈਰਕਾਂ 'ਚ ਭੇਜ ਦਿਓ ਚੁੱਪ ਕਰਕੇ। ਇਸ ਕਰਕੇ ਮੈਂ ਮਹਿਸੂਸ ਕਰਦਾ ਵੀ ਉਹਨੇ ਕਿਹਾ ਜੀ ਤੁਸੀਂ ਸਬੂਤ ਦਿਓ, ਅਸੀਂ ਕਾਰਵਾਈ ਕਰਾਂਗੇ। ਜੇ ਸਬੂਤ ਨਹੀਂ ਦੇ ਸਕਦੇ ਤੇ ਫਿਰ ਤੁਸੀਂ ਚੁੱਪ ਕਰਕੇ ਬੈਠੋ, ਆਪਣੀ ਪੜਤਾਲ ਕਰੋ, ਇਹਦੀ ਇਨਕੁਆਇਰੀ ਕਰੋ ਵੀ ਘਟਨਾ ਕਿਵੇਂ ਵਾਪਰੀ, ਕੌਣ ਦੋਸ਼ੀ ਹੈ। ਕਈ ਵਾਰੀ ਕਹਿ ਚੁੱਕੇ, ਕਈ ਅਖਬਾਰਾਂ ਕਹਿ ਚੁੱਕੀਆਂ, ਕਈ ਵਾਰੀ ਵੀ ਅਜੀਤ ਦੋਵਾਲ ਨੂੰ ਪੁੱਛੋ ਇਹ ਘਟਨਾ ਕਿਉਂ ਵਾਪਰੀ ਹੈ। ਇਸ ਕਰਕੇ ਮੋਦੀ ਸਾਹਿਬ ਜਿਹੜੇ ਆ, ਜੋ ਕਾਰਪੋਰੇਟ ਮੀਡੀਆ ਵਾ, ਉਹ ਸਿਰਫ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣ ਦੀ ਕੋਸ਼ਿਸ਼ ਦੇ ਵਿੱਚ ਜਿਹੜੀ ਸੰਭਵ ਲੱਗਦਾ ਨਹੀਂ। ਸੋ ਬਿਲਕੁਲ ਸਰਸਾ ਸਾਹਿਬ, ਲਾਸਟ ਕਮੈਂਟ ਕੀ ਤੁਹਾਡਾ? ਮੈਂ ਲਾਸਟ ਵਿੱਚ ਤਾਂ ਇਹੀ ਕਹਾਂਗਾ ਕਿ ਦੇਸ਼ ਦੇ ਲੋਕਾਂ ਨੂੰ ਮੋਦੀ ਦੀ ਜਿਹੜੀ ਸਾਜ਼ਿਸ਼ ਹੈ ਉਹ ਸਮਝਣੀ ਚਾਹੀਦੀ ਹੈ। ਔਰ ਜਿਸ ਤਰ੍ਹਾਂ ਪੱਟੀ ਸਾਹਿਬ ਨੇ ਇਹ ਗੱਲ ਕੀਤੀ ਹੈ ਕਿ ਇਹਦੇ ਵਿੱਚ ਇਹ ਹੈ ਕਿ ਜਿਹੜੀਆਂ ਦੇਸ਼ ਦੀਆਂ ਏਡੀਆਂ ਵੱਡੀਆਂ ਏਜੰਸੀਆਂ ਨੇ, ਜਿੰਨੀਆਂ ਇੰਨੀਆਂ ਤਨਖਾਹਾਂ ਲੈ ਰਹੀਆਂ ਨੇ, ਉਹ ਪਹਿਲਾਂ ਪਤਾ ਨਹੀਂ ਕਰ ਸਕੇ ਕਿ ਇਹ ਸਾਡਾ ਜਿਹੜਾ ਇਹੋ ਜਿਹਾ ਇਹ ਕਾਂਡ ਵਾਪਰਨ ਜਾ ਰਿਹਾ ਹੈ ਤੇ ਉਹ ਕਿਸ ਗੱਲ ਦੀਆਂ ਤਨਖਾਹਾਂ ਲੈਂਦੇ ਨੇ। ਜਿਹੜਾ 3.5 ਕੁਇੰਟਲ ਉੱਥੇ ਬਰੂਦ ਦੀ ਜਿਹੜੀ RDX ਦੀ ਜਿਹੜੀ ਗੱਲ ਕਰਦੇ ਨੇ, ਕੀ ਇਹਨਾਂ ਨੇ ਤੋਲ ਕੇ ਰੱਖਿਆ ਸੀ ਉਹਦੇ ਵਿੱਚ? ਇਹਨਾਂ ਨੂੰ ਕਿਸ ਤਰ੍ਹਾਂ ਪਤਾ ਲੱਗਾ? ਕਿਉਂਕਿ ਉਹ ਤੋਂ ਚੱਲ ਗਿਆ ਤੇ ਉਹ ਚੱਲਣ ਤੋਂ ਬਾਅਦ ਇਹਨਾਂ ਨੇ ਕੀ ਪਤਾ ਸੀ ਵੀ ਉਹ ਕਿਸ ਤਰ੍ਹਾਂ ਰੱਖਿਆ। ਸੋ ਇੱਥੋਂ ਜਿਸ ਤਰ੍ਹਾਂ ਇਹਨਾਂ ਨੇ, ਅਸੀਂ ਤਾਂ ਇਹ ਵੀ ਆਮ ਲੋਕ ਇਹ ਵੀ ਚਰਚਾ ਹੈ ਕਿ ਜਿਸ ਤਰ੍ਹਾਂ ਚਿੱਟੀ ਸਿੰਘਪੁਰਾ ਦੇ ਵਿੱਚ ਪਹਿਲਾਂ ਜਿਹੜਾ ਸੀ ਉਹ ਸਿੱਖਾਂ ਦਾ ਕਤਲੇਆਮ ਕਰਾਇਆ, ਤੇ ਇਹ ਵੀ ਆਮ ਤੌਰ ਤੇ ਚਰਚਾ ਹੈ ਕਿ ਇਹ ਵੀ ਜਿਹੜਾ ਹੈ ਜਿਸ ਤਰ੍ਹਾਂ ਕਰਕਰੇ ਨੂੰ ਪਹਿਲਾਂ ਉੱਥੇ ਬੰਬੇ ਦੇ ਵਿੱਚ ਮਰਾਇਆ ਗਿਆ ਸੀ, ਇਸ ਤਰ੍ਹਾਂ ਦੀ ਕੋਈ ਸਾਜ਼ਿਸ਼ ਇਹਨਾਂ ਦੀ ਜਿਹੜੀ ਆ ਇਹ ਇਲੈਕਸ਼ਨ ਜਿੱਤਣ ਵਾਸਤੇ ਇਹ ਆਪ ਵੀ ਕਰ ਸਕਦੇ ਨੇ। ਇਹਦੇ ਵਿੱਚ ਵੀ ਅਜੇ ਕੋਈ ਸੱਚਾਈ ਵਾਲੀ ਗੱਲ ਨਹੀਂ। ਸੋ ਦੇਸ਼ ਦੇ ਲੋਕਾਂ ਨੂੰ ਜਿਹੜੇ ਇਹ ਹੁਕਮਰਾਨ ਨੇ, ਇਹਨਾਂ ਦੀ ਜਿਹੜੀ ਆ ਇਹ ਸਾਜ਼ਿਸ਼ਾਂ ਜਿਹੜੀਆਂ ਨੇ ਸਾਨੂੰ ਸਮਝਣ ਦੀ ਲੋੜ ਹੈ ਤੇ ਅਸੀਂ ਸ਼ਾਂਤੀ ਤੌਰ ਤੇ ਰਹਿ ਕੇ ਦੋਵਾਂ ਦੇਸ਼ਾਂ ਨਾਲ ਉਧਰ ਦੇ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜਿਸ ਤਰ੍ਹਾਂ ਇਮਰਾਨ ਖਾਨ ਜਿਹੜੇ ਨੇ ਉਹ ਸਟੇਟਮੈਂਟਾਂ ਦੇ ਰਹੇ ਨੇ, ਉਹ ਸੱਚੇ ਦਿਲੋਂ ਦੇ ਰਿਹਾ, ਕਿਉਂਕਿ ਇੱਕ ਖਿਡਾਰੀ ਹੈ ਤੇ ਖਿਡਾਰੀ ਜਿਹੜਾ ਹਰ ਇੱਕ ਨਾਲ ਪਿਆਰ ਸਮਝਦਾ ਤੇ ਉਹਦੇ ਮਨ ਦੇ ਵਿੱਚ ਕੋਈ ਦੂਈ ਦਵੈਤ ਵਾਲੀ ਗੱਲ ਨਹੀਂ ਹੁੰਦੀ। ਤੇ ਸਾਨੂੰ ਹਰ ਗੱਲ ਜਿਹੜੀ ਆ, ਇਹ ਨਹੀਂ ਵੀ ਕੋਈ ਬਿਆਨ ਦੇ ਰਿਹਾ ਤੇ ਉਹ ਬਦਨੀਤੀ ਨਾਲ ਦੇ ਰਿਹਾ, ਇਹ ਨਹੀਂ ਗੱਲ ਸਮਝਣੀ ਚਾਹੀਦੀ। ਸਾਨੂੰ ਉੱਤੇ ਕੋਈ ਮਿਲ ਬੈਠ ਕੇ ਗੱਲ ਕਰਨੀ ਚਾਹੀਦੀ ਆ ਤੇ ਸੁਚੱਜੇ ਢੰਗ ਨਾਲ ਹੱਲ ਕਰਨੀ ਚਾਹੀਦਾ ਤੇ ਦੇਸ਼ ਦੇ ਲੋਕਾਂ ਨੂੰ ਜਿਹੜਾ ਇਸ ਤਰ੍ਹਾਂ ਦੇ ਜਿਹੜੇ ਹੁਕਮਰਾਨ ਨੇ ਉਹਨਾਂ ਨੂੰ ਜਿਹੜਾ ਉਹ ਸਬਕ ਸਿਖਾਉਣ ਵਾਸਤੇ ਤਿਆਰ ਰਹਿਣਾ ਚਾਹੀਦਾ ਤਾਂ ਕਿ ਅਸੀਂ ਸ਼ਾਂਤੀ ਨਾਲ ਜਿਹੜਾ ਉਹ ਰਹਿ ਸਕੀਏ। ਸੋ ਬਿਲਕੁਲ ਦੋਨਾਂ ਹੀ ਮਹਿਮਾਨਾਂ ਨੇ ਸਾਡੇ ਨਾਲ ਜਿਹੜੀ ਗੱਲਬਾਤ ਕੀਤੀ ਆ ਉਸ ਦੇ ਵਿੱਚ ਆਪਣੇ ਤਜਰਬੇ ਵੀ ਸਾਂਝੇ ਕੀਤੇ ਆ ਤੇ ਨਾਲ ਵਿਸਥਾਰਪੂਰਵਕ ਜਾਣਕਾਰੀ ਜਿਹੜੀ ਆ ਉਹ ਦੇਸ਼ ਵਿਦੇਸ਼ ਦੇ ਦਰਸ਼ਕਾਂ ਨਾਲ ਵੀ ਸਾਂਝੀ ਕੀਤੀ ਆ। ਸੋ ਅਸੀਂ ਦੋਨਾਂ ਮਹਿਮਾਨਾਂ ਦਾ ਧੰਨਵਾਦ ਕਰਦੇ ਪ੍ਰੋਗਰਾਮ ਖਾਸ ਗੱਲਬਾਤ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।